ਸਾਂਝੀਵਾਜ਼ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਸ਼ਮਾ ਪੰਗੂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਇਤਿਹਾਸ ਦੇ ਪੰਨੇ ਵਿੱਚ ਡਾਕਟਰ ਹਰਸ਼ਿੰਦਰ ਕੌਰ ਜੀ ਦੇ ਨਾਲ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੇ ਪੰਨੇ ਫਰੋਲਣ ਵਾਸਤੇ 1703 ਈਸਵੀ ਵਿੱਚ ਪਹੁੰਚਾਂਗੇ ਅਨੰਦਪੁਰ ਸਾਹਿਬ ਵਿੱਚ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਦੋਂ ਉੱਥੇ ਕੀ ਕੁਝ ਵਾਪਰਿਆ, ਕਿਹੋ ਜਿਹਾ ਇਤਿਹਾਸ ਸਿਰਜਿਆ ਗਿਆ। ਪਰ ਉਹਦੇ ਨਾਲ ਹੀ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਉਸ ਇਤਿਹਾਸ ਦੇ ਵਾਰਿਸ ਹੋਣ ਦੇ ਬਾਵਜੂਦ, ਸੁਨਹਿਰੇ ਇਤਿਹਾਸ ਦੇ ਵਾਰਿਸ ਹੋਣ ਦੇ ਬਾਵਜੂਦ ਅਸੀਂ ਉਹਨੂੰ ਭੁੱਲੇ ਬੈਠੇ ਹਾਂ। ਸਰਕਾਰਾਂ ਨੇ ਸਾਡੀਆਂ ਕਿਤਾਬਾਂ ਵਿੱਚੋਂ, ਜਿਹੜੀਆਂ ਕਿ ਸਾਨੂੰ ਸਕੂਲਾਂ ਵਿੱਚ ਪੜ੍ਹਾਈਆਂ ਜਾਂਦੀਆਂ, ਉਹਨਾਂ ਵਿੱਚੋਂ ਉਹ ਇਤਿਹਾਸ ਮਨਫੀ ਕਰ ਦਿੱਤਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਕੌਮਾਂ ਉਹੋ ਜਿਹਾ ਇਤਿਹਾਸ ਫੇਰ ਨਾ ਕਿਤੇ ਸਿਰਜ ਦੇਣ ਜਾਂ ਉਨੀਆਂ ਬਹਾਦਰ ਨਾ ਹੋ ਜਾਣ ਕਿ ਅਸੀਂ ਫੇਰ ਕਿਸੇ ਨਾਲ ਟੱਕਰਾ ਲਈਏ ਤੇ ਇਹੋ ਜਿਹੇ ਇਤਿਹਾਸ ਸਿਰਜੀਏ। ਸਾਡੀਆਂ ਆਉਣ ਵਾਲੀਆਂ ਕੌਮਾਂ ਜਿਹੜੀਆਂ ਉਹ ਇੰਨੀਆਂ ਬਹਾਦਰ ਨਾ ਹੋ ਸਕਣ। ਤੇ ਆਓ ਆਪਾਂ ਸਭ ਤੋਂ ਪਹਿਲਾਂ ਵੈਲਕਮ ਕਰਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਜੀ ਨੂੰ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ 1703 ਈਸਵੀ ਵਿੱਚ ਸਿਰਜਿਆ ਗਿਆ। ਪਹਿਲਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਦਾ। ਡਾਕਟਰ ਸਾਹਿਬ ਬਹੁਤ ਸਵਾਗਤ ਤੁਹਾਡਾ। ਸਤਿ ਸ਼੍ਰੀ ਅਕਾਲ ਤੇ ਤੁਹਾਡੇ ਰਹੀ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਬਹੁਤ ਨਿੱਘੀ ਫਤਿਹ। ਨਿੱਘੀ ਫਤਿਹ। ਹਾਂਜੀ, ਤੇ ਅਸੀਂ ਅੱਜ ਜਿਹੜੀ ਗੱਲਬਾਤ ਕਰਾਂਗੇ 1703 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਕੀ ਹੋਇਆ, ਉਹਦੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਹੈ ਉਹ ਸਾਂਝੀ ਕਰਨੀ ਚਾਹੁੰਦੇ ਹਾਂ। ਤੁਸੀਂ ਸਾਨੂੰ ਦੱਸੋ। ਬਿਲਕੁਲ, ਅਸਲ ਵਿੱਚ ਜੇ ਕਹੀਏ ਤਾਂ ਮੇਰਾ ਖਿਆਲ ਹੈ ਉਹੀ ਜਿਹੀ ਵਿਲੱਖਣ ਮਿਸਾਲ ਸ਼ਾਇਦ ਹੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਕਦੇ ਮਿਲੇ ਤੇ ਉਮੀਦ ਹੈ ਕਿ ਜੇ ਹਾਲੇ ਤੱਕ ਨਹੀਂ ਮਿਲੀ ਤਾਂ ਅੱਗੋਂ ਵੀ ਸੰਭਵ ਨਹੀਂ ਹੋਣੀ ਕਿ ਕਿਉਂ ਜੋ ਉਹ ਵੀਰਤਾ ਉਸ ਸਮੇਂ ਦੀ ਸੀ ਉਹ ਇੱਕ ਇਸ ਵੇਲੇ ਇਤਿਹਾਸਕ ਤੱਥ ਬਣ ਚੁੱਕੇ ਹੋਏ ਨੇ। ਦਰਅਸਲ ਥੋੜਾ ਜਿਹਾ ਆਪਾਂ ਜੇ ਪਿਛਾਂਹ ਚੱਲੀਏ ਉਸ ਤੋਂ ਤੱਕ ਤਾਂ ਉਹਨਾਂ ਸਮਿਆਂ ਵਿੱਚ ਇਤਿਹਾਸਕਾਰਾਂ ਵੱਲੋਂ ਲਿਖਿਆ ਮਿਲਦਾ ਹੈ ਕਿ ਮੁਗਲ ਫੌਜ ਉਦੋਂ ਲਗਭਗ 20 ਸਾਲਾਂ ਦੀ ਜੰਗ ਲਗਭਗ ਉਦੋਂ ਕਰ ਚੁੱਕੀ ਹੋਈ ਸੀ, ਜਿੱਥੇ ਹਰ ਸਾਲ 1 ਲੱਖ ਦੇ ਕਰੀਬ ਉਹਨਾਂ ਦੇ ਸਿਪਾਹੀ ਮਰਦੇ ਜਾ ਰਹੇ ਸਨ। ਤੇ ਉਦੋਂ ਹੀ ਪਲੇਗ ਵੀ ਤੇ ਫਿਰ ਨਾਲੋਂ ਨਾਲ ਅਕਾਲ ਵੀ ਪਿਆ, ਸੋ ਮੌਤਾਂ ਕਾਫੀ ਹੋ ਰਹੀਆਂ ਸਨ। ਤੇ ਉਦੋਂ ਲਗਭਗ 1699 ਵਿੱਚ ਜ਼ਿਕਰ ਮਿਲਦਾ ਜੇ ਕਿ ਮਰਾਠਿਆਂ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਤੇ ਉਹਨਾਂ ਨੇ ਨਾ ਸਿਰਫ ਮੁਗਲਾਂ ਨੂੰ ਲੁੱਟਿਆ ਬਲਕਿ ਗਰੀਬ ਕਿਸਾਨਾਂ ਨੂੰ ਵੀ ਲੁੱਟਣਾ ਸ਼ੁਰੂ ਕਰ ਦਿੱਤਾ ਸੀ ਤੇ ਉਹ ਕਾਫੀ ਤਾਕਤਵਰ ਬਣ ਚੁੱਕੇ ਹੋਏ ਸਨ ਜੀ। ਸੋ ਜਦੋਂ 1703 ਵਿੱਚ ਫਿਰ ਦੂਜੀ ਵਾਰ ਮਰਾਠਿਆਂ ਨੇ ਲੁੱਟ ਮਚਾਈ ਤਾਂ ਉਦੋਂ ਕਈ ਮੁਗਲ ਵੀ ਨਾਲ ਹੀ ਉਹਨਾਂ ਦੇ ਰਲ ਗਏ ਵੀ ਹੁਣ ਹੋਰ ਤਾਂ ਕੋਈ ਚਾਰਾ ਹੈ ਨਹੀਂ, ਚਲੋ ਇਹਨਾਂ ਨਾਲ ਹੀ ਲੁੱਟ ਕਰ ਲੈਂਦੇ ਆ ਤੇ ਚਲੋ ਜੀ ਆਪਣਾ ਘਰ ਭਰ ਲੈਂਦੇ ਆ। ਸੋ ਹੁਣ ਉਦੋਂ ਸ਼ੁਰੂ ਇਹ ਹੋ ਗਿਆ ਕਿ ਆਮ ਲੋਕਾਂ ਲਈ ਕੋਈ ਬਚਿਆ ਹੀ ਨਹੀਂ ਸੀ। ਯਾਨੀ ਜੋ ਲਿਖੀ ਇੱਕ ਸਤਰ ਹੈ, ਸ਼ਾਇਦ ਅੱਜ ਦੇ ਦਿਨ ਲੋਕਾਂ ਨੂੰ ਹਾਸਾ ਹੀ ਆਵੇ, ਪਰ ਲਿਖਿਆ ਮਿਲਦਾ ਜੇ ਕਿ ਸ਼ਾਹੀ ਕੈਂਪ ਵਿੱਚ ਵੀ ਉਸ ਸਮੇਂ ਰੁਪਈਏ ਦਾ 2 ਸੇਰ ਤੋਂ ਵੀ ਘੱਟ ਅੰਨ ਮਿਲਦਾ ਸੀ। ਯਾਨੀ ਤੁਸੀਂ ਸਮਝ ਲਓ ਉਸ ਸਮੇਂ ਦਾ ਰੁਪਈਆ ਤੇ ਅੱਜ ਦਾ ਕੀ ਹੋਣਾ ਜੇ। ਸੋ ਇਹ ਹਾਲ ਸੀ ਕਿ ਲੋਕਾਂ ਕੋਲ ਖਾਣ ਨੂੰ ਕੁਝ ਨਹੀਂ ਸੀ, ਲੁੱਟੇ ਜਾ ਚੁੱਕੇ ਸਨ। ਮੁਗਲ ਹਾਕਮ ਹੀ ਆਪਣੇ ਉਹਨਾਂ ਦੇ ਬੰਦੇ ਜਿਹੜੇ ਸੀ ਸਿਪਾਹ ਸਲਾਹਕਾਰ ਉਹ ਸਾਰੇ ਲੁੱਟਣਾ ਸ਼ੁਰੂ ਹੋ ਗਏ ਸਨ। ਸੋ ਉਦੋਂ ਔਰੰਗਜ਼ੇਬ ਦੀ ਹਾਲਤ ਇਹ ਸੀ ਕਿ ਉਹਨੂੰ ਜੋ ਮਤਲਬ ਜਿਸ ਹਾਲ ਚ ਉਹ ਪਹੁੰਚ ਚੁੱਕਿਆ ਸੀ, ਜਿੱਥੇ ਉਸਨੇ ਉਸ ਬਾਦਸ਼ਾਹੀ ਲਈ ਸਾਰੇ ਜਾਣਦੇ ਨੇ ਕਿ ਉਹਨੇ ਪਿਓ, ਭਰਾ, ਪੁੱਤਰ, ਧੀ, ਜਵਾਈ ਕੋਈ ਨਹੀਂ ਛੱਡਿਆ, ਸਭ ਮਾਰ ਮੁਕਾਏ ਕਿ ਮੈਂ ਇਹ ਗੱਦੀ ਤੇ ਟਿਕਿਆ ਰਵਾਂ। ਤੇ ਜਿਸ ਤਰੀਕੇ ਦੇ ਮਰਾਠਿਆਂ ਦੇ ਹੱਲੇ ਹੋ ਰਹੇ ਸਨ, ਲੁੱਟ ਮਚ ਰਹੀ ਸੀ, ਉਹਦੇ ਹੱਥੋਂ ਲੱਗਦਾ ਸੀ ਬਾਦਸ਼ਾਹਤ ਕਿਰਦੀ ਜਾਂਦੀ। ਸੋ ਉਹ ਬੜੀ ਢਹਿੰਦੀ ਕਲਾ ਚ ਸੀ, ਉਹਦੇ ਸਾਥੀ ਮਰ ਚੁੱਕੇ ਹੋਏ ਸਨ, ਸੋ ਹਾਲਾਤ ਉਹਦੇ ਲਈ ਚੰਗੇ ਨਹੀਂ ਸਨ। ਮੌਕਾ ਜਿਹਾ ਤਾੜ ਕੇ ਉਸ ਸਮੇਂ ਪਤਾ ਜੇ ਕੀ ਹੋਇਆ, ਯਾਨੀ ਉਹਨਾਂ ਨੇ ਜਦੋਂ ਰਾਜੇ ਸਨ ਜਿਹੜੇ ਉਸ ਵੇਲੇ ਪਹਾੜੀ ਰਾਜੇ, ਉਹਨਾਂ ਨੇ ਵੇਖਿਆ ਕਿ ਇਹ ਕਾਫੀ ਫਿਕਰਮੰਦ ਹੈ ਔਰੰਗਜ਼ੇਬ ਕਿ ਇਸ ਵੇਲੇ ਮੇਰਾ ਤਖਤ ਖੁਸਦਾ ਜਾਂਦਾ, ਤਾਕਤਵਰ ਹੋ ਰਹੇ ਨੇ ਮਰਾਠੇ
ਤੇ ਮੌਕਾ ਜੇ ਚਲੋ ਵੀ ਉਹਦੇ ਦਿਮਾਗ 'ਚ ਜੇ ਵਾੜ ਦਈਏ ਇਸ ਵੇਲੇ ਕਿ ਪੰਜਾਬ ਵਿੱਚ ਵੀ ਕੁਝ ਇਹੋ ਜਿਹੀ ਤਾਕਤ ਉੱਭਰ ਰਹੀ ਏ ਤਾਂ ਅਸੀਂ ਆਪਣਾ ਪੁਰਾਣਾ ਬਦਲਾ ਲੈ ਲਵਾਂਗੇ। ਸੋ ਉਹਨਾਂ ਨੇ ਕੀ ਕੀਤਾ, ਦਿੱਲੀ ਦੇ ਤੇ ਪਹਾੜੀ ਰਾਜਿਆਂ ਦੇ ਸਾਰਿਆਂ ਨੇ ਇਹ ਜਾ ਕੇ ਔਰੰਗਜ਼ੇਬ ਦੇ ਕੰਨ ਭਰੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ। ਉਹਨਾਂ ਨੂੰ ਇਹ ਕਹਿ ਦਿੱਤਾ, ਨਿਰਾ ਝੂਠ ਤੇ ਬੇਬੁਨਿਆਦ ਗੱਲਾਂ ਸਨ, ਕਿਹਾ ਕਿ ਇਹ ਜੋ ਕੁਝ ਮਰਾਠੇ ਲੁੱਟ ਕਰ ਰਹੇ ਨੇ ਉਹੀ ਲੁੱਟ ਖਸੁੱਟ ਇੱਥੇ ਚੱਲ ਰਹੀ ਹੈ ਤੇ ਉਹ ਤਾਕਤਵਰ ਹੋ ਰਹੇ ਨੇ ਤੇ ਤੂੰ ਸਮਝ ਕਿ ਤੇਰਾ ਤਖਤ ਗਿਆ। ਸੋ ਉਹਨੂੰ ਇੰਨਾ ਕੁ ਡਰ, ਇੰਨਾ ਕੁ ਭੈ ਉਹਦੇ ਅੰਦਰ ਆ ਗਿਆ ਕਿ ਉਹਨੇ ਯਾਨੀ ਹਿੱਲ ਗਿਆ ਇੱਕ ਤਰੀਕੇ ਤੁਰ ਅੰਦਰ। ਉਹਨੇ ਐਲਾਨ ਕੀਤਾ ਉਸੇ ਵੇਲੇ ਇੱਕ ਕਿ ਭਈ ਜਿਹੜੇ ਵੀ ਦਿੱਲੀ ਦੇ ਨੇ, ਸਰਹੰਦ ਦੇ, ਲਾਹੌਰ ਦੇ ਤੇ ਕਸ਼ਮੀਰ ਦੇ ਸੂਬੇਦਾਰ, ਸਭਨਾਂ ਨੂੰ ਹੁਕਮ ਚਾੜ ਦਿੱਤਾ ਕਿ ਭਾਈ ਤੁਸੀਂ ਪਹਾੜੀ ਰਾਜੇ ਤੁਹਾਡੇ ਨਾਲ ਮਿਲਣ ਲੱਗੇ ਨੇ ਤੇ ਤੁਸੀਂ ਸਾਰੇ ਦੇ ਸਾਰੇ ਇਸ ਵੇਲੇ ਰਲ ਕੇ ਇਕੱਠੇ ਹੋ ਕੇ ਹੱਲਾ ਬੋਲ ਦਿਓ। ਤੇ ਹੱਲਾ ਕਿਸ ਤੇ ਬੋਲਣਾ? ਅਨੰਦਪੁਰ ਸਾਹਿਬ ਤੇ। ਯਾਨੀ ਉਹ ਇੰਨਾ ਜਿਹਾ ਥਾਂ ਤੁਸੀਂ ਵੇਖੋ ਕਿ ਇੰਨਾ ਚੁਫੇਰਿਓਂ ਇਕੱਠ ਤੇ ਹੱਲਾ ਕਿਸ ਤੇ ਬੋਲਣਾ? ਸਿਰਫ ਇੱਕ ਉਸ ਛੋਟੇ ਜਿਹੇ ਸ਼ਹਿਰ ਤੇ, ਅਨੰਦਪੁਰ ਸਾਹਿਬ ਤੇ। ਹੁਣ ਮੇਰਾ ਖਿਆਲ ਹੈ ਜੇ ਆਪਾਂ ਪੁਰਾਣੇ ਵੀ ਕਿੰਨੇ ਹੀ ਇਤਿਹਾਸ ਵਿੱਚ ਝਾਤ ਮਾਰੀਏ ਤਾਂ ਜਿਹੜਾ ਵੀ ਕੋਈ ਸਿਰਕੱਢ ਦਿਸਦਾ ਹੈ ਨਾ ਯੋਧਾ, ਉਹਨੂੰ ਦੱਬਣ ਲਈ ਦੇਖਿਆ ਕਿ ਹਮੇਸ਼ਾ ਹੀ ਜਿਹੜੀ ਉਸ ਵੇਲੇ ਸਲਤਨਤ ਹੁੰਦੀ ਹੈ ਪੂਰਾ ਜ਼ੋਰ ਲਾ ਦਿੰਦੀ ਹੈ ਕਿ ਸਾਡੇ ਵਿਰੁੱਧ ਕੋਈ ਖੜਾ ਹੀ ਨਾ ਰਹਿ ਸਕੇ। ਤੇ ਇੱਥੇ ਕੁਝ ਵੱਖ ਗੱਲ ਸੀ ਜਿੱਥੇ ਲਤਾੜੇ ਹੋਏ ਸੂਰਮੇ ਬਣਾਏ ਗਏ ਸਨ। ਸੋ ਉਹ ਹੁਕਮ ਜਦੋਂ ਮਿਲਿਆ ਤਾਂ ਦਿੱਲੀ ਦਾ ਨਾਜ਼ਮ, ਸਰਹੰਦ ਦਾ ਵਜ਼ੀਰ ਖਾਂ, ਲਾਹੌਰ ਦਾ ਦਿਲਾਵਰ ਖਾਂ ਤੇ ਕਸ਼ਮੀਰ ਦਾ ਹਾਕਮ ਉਦੋਂ ਨਾਜ਼ਮ ਸੀ ਜ਼ਬਰਦਸਤ ਖਾਂ, ਇਹ ਆਪੋ ਆਪਣੇ ਲਾਮ ਲਸ਼ਕਰ ਲੈ ਕੇ ਸਾਰੇ ਇਕੱਠੇ ਹੋ ਕੇ ਹੱਲਾ ਬੋਲਣ ਤੁਰ ਪਏ। ਫਿਰ ਉਦੋਂ ਉਹਨਾਂ ਨੇ ਕੀਤਾ ਕਿ ਆਮ ਲੋਕ ਜਿਹੜੇ ਸਨ, ਜਿਨ੍ਹਾਂ ਨੂੰ ਕੁਝ ਲੈਣਾ ਦੇਣਾ ਨਹੀਂ ਸੀ ਇਹਦੇ ਨਾਲ, ਸੋ ਉਹ ਆਮ ਮੁਸਲਮਾਨਾਂ ਦੇ ਵਿੱਚ ਇਹ ਗੱਲ ਫੈਲਾ ਦਿੱਤੀ ਗਈ, ਨਿਰਾ ਝੂਠ, ਕਿ ਭਾਈ ਇਹ ਧਰਮ ਦਾ ਯੁੱਧ ਹੈ, ਸੋ ਸਿਰ ਧੜ ਦੀ ਬਾਜ਼ੀ ਲਾ ਦਿਓ। ਦੇਖੋ ਇਹ ਗੱਲ ਬੜੀ ਡੂੰਘੀ ਮਾਇਨੇ ਰੱਖਦੀ ਹੈ। ਉਸ ਸਮੇਂ ਤੇ ਅੱਜ ਦੇ ਸਮੇਂ ਵਿੱਚ ਕੋਈ ਫਰਕ ਨਹੀਂ। ਤੁਸੀਂ ਧਿਆਨ ਕਰਿਓ, ਅੱਜ ਵੀ ਜਿਹਾਦ ਦੇ ਨਾਂ ਤੇ ਜਾਂ ਤੁਸੀਂ ਵੇਖਦੇ ਹੋਗੇ ਧਰਮ ਦੇ ਨਾਂ ਤੇ ਇੰਨੇ ਕੁ ਇਸ ਵੇਲੇ ਮਾਰ ਧਾੜ ਹੋ ਚੁੱਕੀ ਹੈ, ਕਤਲ ਹੋ ਚੁੱਕੇ ਨੇ। ਯਾਨੀ ਸਭ ਨਫ਼ਰਤ ਫੈਲਾਉਣ ਦਾ ਕੰਮ ਧਰਮ ਦੇ ਰਾਹੀਂ ਹੀ ਕੀਤਾ ਜਾਣ ਲੱਗ ਪਿਆ, ਜੋ ਕਿ ਉਸ ਸਮੇਂ ਵੀ ਕੀਤਾ ਗਿਆ। ਸੋ ਹੋਇਆ ਇਹ ਕਿ ਪਠਾਣੀ ਇਲਾਕੇ ਤੋਂ ਲੈ ਕੇ ਹੋਤੀ ਮਰਦਾਨ ਤੱਕ ਮੁਸਲਮਾਨ ਜਿਹੜੇ ਸੀ ਉਹ ਕਸ਼ਮੀਰ ਦੀ ਫੌਜ ਨਾਲ ਤੁਰ ਪਏ ਸਿੰਘਾਂ ਦੇ ਵਿਰੁੱਧ ਜੰਗ ਕਰਨ ਲਈ ਕਿ ਇਹ ਤਾਂ ਜੰਗ ਜੀ ਧਰਮ ਦੀ ਹੈ, ਸੋ ਧਰਮ ਯੁੱਧ ਦੇ ਵਿੱਚ ਸ਼ਾਮਲ ਹੋਣਾ ਪੈਣਾ। ਉਦੋਂ ਹੀ ਪਹਾੜੀ ਰਾਜਿਆਂ ਨੇ ਅਸਲ ਚ ਡਰ ਇਹ ਸੀ ਕਿ ਜਿਹੜੇ ਆਮ ਲਤਾੜੇ ਲੋਕ ਸਨ, ਜਿਹੜੇ ਉਹਦੀ ਪਰਜਾ ਸੀ, ਉਹਦੇ ਵਿੱਚ ਉਹਨਾਂ ਨੂੰ ਕਿਉਂਕਿ ਜਗਾਉਣ ਲਈ, ਉਹਨਾਂ ਅੰਦਰ ਅਣਖ ਭਰਨ ਲਈ ਕੋਸ਼ਿਸ਼ ਕੀਤੀ ਗਈ ਸੀ। ਤਾਂ ਇਸੇ ਕਰਕੇ ਉਹਨਾਂ ਨੂੰ ਸੀ ਕਿ ਜੇ ਇਹ ਜਨਤਾ ਜਾਗ ਗਈ ਤਾਂ ਸਾਡਾ ਰਾਜ ਖੁੱਸ ਨਾ ਜਾਵੇ, ਅਸੀਂ ਜੋ ਜ਼ੁਲਮ ਕਰ ਰਹੇ ਹਾਂ ਉਹਦੇ ਵਿਰੁੱਧ ਜੇ ਲੋਕ ਉਹਨਾਂ ਨੂੰ ਪਤਾ ਲੱਗ ਗਿਆ ਆਪਣੇ ਹੱਕਾਂ ਬਾਰੇ, ਫਿਰ ਤਾਂ ਸਾਡੀ ਰਾਜ ਰਹਿਣਾ ਹੀ ਨਹੀਂ। ਸੋ ਉਦੋਂ ਜ਼ਰਾ ਧਿਆਨ ਕਰਿਓ ਕਿਹੜੇ ਕਿਹੜੇ ਰਾਜੇ ਤੁਰੇ ਸਨ। ਪਹਾੜੀ ਰਾਜੇ ਸੀ ਕਹਿਲੂਰ ਦਾ ਅਜਮੇਰ ਚੰਦ, ਕਾਂਗੜੇ ਦਾ ਘਮੰਡ ਚੰਦ, ਜਸਵਾਲ ਦਾ ਵੀਰ ਸਿੰਘ, ਨਾਲਾਗੜ੍ਹ, ਕੁੱਲੂ, ਡਡਵਾਲ, ਕੈਥਲ, ਮੰਡੀ, ਜੰਮੂ, ਚੰਬਾ, ਨੂਰਪੁਰ, ਗੜਵਾਲ, ਬੁਸ਼ਹਿਰ, ਬਿਜਰਵਾਲ। ਤੁਸੀਂ ਅੰਦਾਜ਼ਾ ਲਾਓ, ਮੇਰਾ ਕਹਿਣ ਦਾ ਭਾਵ ਇਹ ਸੀ ਕਿ ਇੰਨੇ ਰਾਜੇ, ਉਹਨਾਂ ਦੀਆਂ ਫੌਜਾਂ, ਤੇ ਫਿਰ ਡੁੱਗਰ ਸੀ ਨਾਲ ਜਿਨ੍ਹਾਂ ਦੇ ਹਜ਼ਾਰਾਂ, ਗੁੱਜਰ ਵੀ ਸੀ ਤੇ ਰੰਗੜ ਵੀ। ਇਹ ਸਾਰੇ ਦੇ ਸਾਰੇ ਮੁਗਲ ਹਕੂਮਤ ਨਾਲ ਲੜ ਕੇ, ਤੇ ਤੁਸੀਂ ਵੇਖੋ ਸ਼ਹਿਰ ਤੁਸੀਂ ਗਏ ਹੋਵੋਗੇ ਜਾਂ ਤੁਸੀਂ ਕਿਸੇ ਨੇ ਵੀ ਨਕਸ਼ੇ ਤੇ ਵੇਖਣਾ ਹੋਏ ਤੇ ਹੱਲਾ ਕਿਹਨਾਂ ਤੇ ਬੋਲਣ ਚੱਲੇ ਸੀ? ਛੋਟੀ ਜਿਹੀ ਨਗਰੀ ਆਨੰਦਪੁਰ ਸਾਹਿਬ ਤੇ। ਹੁਣ ਇਸ ਲਈ ਅੱਜ ਗੱਲ ਕਰਨ ਦੀ ਗੱਲ, ਮਤਲਬ ਜੇ ਆਪਾਂ ਦੇਖੀਏ ਕਿ ਨਾਊ ਜਿੰਨਾ ਹੀ ਦਿਸਣਾ ਉਹ ਨੱਕ, ਪਰ ਉਹਦੇ ਅੰਦਰ ਅਣਖ ਕਿੰਨੀ ਕੁ ਜਾਗੀ ਪਈ ਸੀ ਕਿ ਫੌਜ ਲਗਭਗ ਦੇਖੋ ਜਿਹੜੀ ਵਰਦੀ ਵਾਲੀ ਫੌਜ ਉਸ ਸਮੇਂ ਦੀ ਲਿਖਿਆ ਮਿਲਦਾ ਜੇ ਕਿ ਉਹ ਸਨ ਲਗਭਗ 2 ਲੱਖ ਤੋਂ ਉੱਪਰ, ਜਿਨ੍ਹਾਂ ਕੋਲ ਹਰ ਤਰ੍ਹਾਂ ਦੇ ਤੋਪਾਂ, ਤੀਰ, ਬੰਦੂਕਾਂ, ਹਰ ਚੀਜ਼ ਸੀ, ਹਾਥੀ, ਘੋੜੇ, ਸਭ ਕੁਛ। ਤੇ ਜਿਹੜੇ ਨਾਲ ਜੁੜੇ ਸਨ, ਜੋ ਧਰਮ ਯੁੱਧ ਵਾਸਤੇ ਜਿਹੜੇ ਇਕੱਠੇ ਹੋ ਗਏ ਸਨ, ਯਾਨੀ ਇਹਨਾਂ ਫੌਜੀ ਵਰਦੀ ਤੋਂ ਬਗੈਰ, ਉਹ ਲਗਭਗ ਸਾਰੇ ਮਿਲਾ ਕੇ 10 ਲੱਖ ਦੇ ਕਰੀਬ ਪਹੁੰਚ ਚੁੱਕੇ ਸਨ। ਹੁਣ ਅੰਦਾਜ਼ਾ ਲਾਓ, ਇੱਕ ਪਾਸੇ 10 ਲੱਖ ਤੇ ਦੂਜੇ ਪਾਸੇ ਕਿਉਂਕਿ ਆਮ ਬੰਦਾ ਜੋ ਭੜਕਾਇਆ ਗਿਆ ਸੀ, ਝੂਠ ਜਿਹਦੇ ਮਨ ਵਿੱਚ ਵਾੜ ਦਿੱਤਾ ਗਿਆ ਕਿ ਭਾਈ
ਤੁਹਾਡੀ ਉੱਥੇ ਯਾਨੀ ਧਰਮ ਦੀ ਲੜਾਈ ਹੈ। ਫਿਰ ਇੱਕ ਹੋਰ ਕੰਮ ਕੀ ਕੀਤਾ, ਰਾਜਿਆਂ ਨੇ ਇੱਕ ਹੋਰ ਝੂਠ ਚੁਫੇਰੇ ਫੈਲਾ ਦਿੱਤਾ ਆਮ ਬੰਦਿਆਂ ਦੇ ਵਿੱਚ ਕਿ ਭਾਈ ਉੱਥੇ ਨਾ ਬਹੁਤ ਸਾਰਾ ਮਾਲ ਲੁਕਿਆ ਪਿਆ, ਸੋ ਅਸੀਂ ਤਾਂ ਜੰਗ ਵਿੱਢਣ ਚੱਲੇ ਆ, ਜਿਸ ਕਿਸੇ ਨੇ ਲੁੱਟ ਮਚਾਉਣੀ ਹੋਏ ਜਾਓ ਤੇ ਅਨੰਦਪੁਰ ਲੁੱਟ ਲਓ। ਤੇ ਤੁਸੀਂ ਉਸ ਹਿਸਾਬ ਨਾਲ ਹੋਇਆ ਇਹ ਕਿ ਉਹ 10 ਲੱਖ ਤੋਂ ਵੀ ਉੱਪਰ ਲੋਕ ਆਮ ਵੀ ਇਕੱਠੇ ਕਿਉਂਕਿ ਹੋ ਕੇ ਤੁਰ ਪਏ ਵੀ ਵਾਹ ਸਾਨੂੰ ਬਿਨਾਂ ਕੁਝ ਕੀਤੇ ਹੀ ਮਾਲ ਹੱਥ ਚ ਆਊਗਾ ਜੋ ਲੈ ਆਵਾਂਗੇ। ਸੋ ਇਹ ਏਡੀ ਵੱਡੀ ਇੰਨੀ ਭਾਰੀ ਇਕੱਠ ਸਾਰਾ ਉੱਥੇ ਜੋ ਪਹੁੰਚਿਆ, ਤੇ ਗੁਰੂ ਸਾਹਿਬ ਨੂੰ ਜਦੋਂ ਇਹ ਸਾਰੀ ਜਾਣਕਾਰੀ ਮਿਲੀ, ਉਹਨਾਂ ਨੇ ਦੂਰ ਅੰਦੇਸ਼ੀ ਦੇਖੋ ਉਹਨਾਂ ਦੀ, ਕਿ ਉਹਨਾਂ ਨੇ ਇੱਕ ਸੁਨੇਹਾ ਭੇਜਿਆ ਸਾਰੇ ਪੰਜਾਬ ਦੇ ਮਾਝੇ ਮਾਲਵੇ ਦੁਆਬੇ ਦੇ ਪਿੰਡਾਂ ਵਿੱਚ ਕਿ ਭਾਈ ਦੇਖੋ ਇਸ ਤਰੀਕੇ ਦੇ ਹਾਲ ਹੈ, ਹੱਕ ਦੇਖੋ ਮੈਂ ਕਦੇ ਕਿਸੇ ਦਾ ਮਾਰਿਆ ਨਹੀਂ, ਤੇ ਜੇ ਸਮਝਦੇ ਹੋ ਇਸ ਵੇਲੇ ਲੋੜ ਹੈ ਤਾਂ ਆਓ ਫਿਰ ਅਨੰਦਪੁਰ ਸਾਹਿਬ ਵਿੱਚ ਪਹੁੰਚੋ। ਹੁਣ ਦੇਖੋ ਉਹਨਾਂ ਨੂੰ ਅਣਖ ਨਾਲ ਜਿਉਣਾ ਸਿਖਾਇਆ ਸੀ, ਜਿਨ੍ਹਾਂ ਨੂੰ ਮਸਾਂ ਹੀ ਝੁਕੇ ਹੋਏ ਸਿਰ ਸਨ ਉਸ ਸਮੇਂ ਦੇ, ਤੇ ਜਿਨ੍ਹਾਂ ਨੂੰ ਯਾਨੀ ਜਾਗਰਤੀ ਮਿਲੀ ਸੀ, ਉਹਨਾਂ ਨੂੰ ਇੰਝ ਲੱਗਿਆ ਕਿ ਸਾਡੀ ਆਜ਼ਾਦੀ ਸਾਡੇ ਲਈ, ਕਿਉਂਕਿ ਗੁਰੂ ਸਾਹਿਬ ਸਾਰਾ ਕੁਝ ਖੜੇ ਰਹੇ ਨੇ ਤੇ ਸਾਡੀ ਆਜ਼ਾਦੀ ਖੋਣ ਲੱਗੇ ਨੇ, ਤੇ ਹੈ ਕੀ ਲੜਾਈ ਕਾਦੀ ਹੈ। ਯਾਨੀ ਅਸੀਂ ਕਿਸੇ ਦਾ ਹੱਕ ਕਦੇ ਖੋਇਆ ਨਹੀਂ, ਗੁਰੂ ਸਾਹਿਬ ਨੇ ਹਮੇਸ਼ਾ ਇਨਸਾਨੀ ਹੱਕਾਂ ਦੀ ਗੱਲ ਕੀਤੀ ਤੇ ਇਹਨਾਂ ਦੇ ਪਿਤਾ ਤੱਕ ਨੇ ਜਾਨ ਵਾਰੀ। ਤੇ ਫਿਰ ਆਖਰ ਗੱਲ ਹੋਈ ਕੀ ਹੈ, ਗੱਲ ਤਾਂ ਸਿਰਫ ਇਹੀ ਹੈ ਕਿ ਅਸੀਂ ਖੜੇ ਹੋਏ ਹਾਂ ਤੇ ਸਾਡੇ ਲਈ ਹੀ ਤਾਂ ਇਹ ਸਾਰੀ ਲੜਾਈ ਹੈ। ਸੋ ਉਹ ਇੱਕ ਤਰੀਕੇ ਸਮਝੋ ਕਿ ਇੱਕ ਪਾਸੇ ਸਹੀ ਪੂਰਾ ਲਾਮ ਲਸ਼ਕਰ ਜੋ ਕਿ ਤਨਖਾਹ ਲੈ ਕੇ ਕੰਮ ਕਰ ਰਿਹਾ ਸੀ ਜਾਂ ਲੁੱਟਣ ਆਇਆ ਸੀ, ਹੁਣ ਇੱਕ ਪਾਸੇ ਉਹ ਜਾਂਬਾਜ਼ ਗਰੀਬ ਜੋ ਕਿ ਲਤਾੜੇ ਹੋਏ ਸਨ, ਖੜੇ ਹੋਏ ਸੀ, ਜਿਨ੍ਹਾਂ ਨੇ ਆਪਣੀ ਹਸਤੀ ਕਾਇਮ ਰੱਖਣੀ ਸੀ। ਸੋ ਉਹ ਆਪ ਹੀ ਆਪਣੀ ਯਾਨੀ ਪਿੰਡਾਂ ਦੇ ਪਿੰਡ ਜਥੇਬੰਦ ਹੋ ਕੇ ਪਹੁੰਚੇ ਕਿ ਅਸੀਂ ਆਪਣੀ ਸ਼ਸਤਰ ਲਿਜਾਵਾਂਗੇ, ਆਪਣੀ ਘੋੜੇ, ਆਪਣੀ ਰਸਦ, ਜਿੰਨਾ ਲੋੜੀਂਦਾ ਸਮਾਨ ਲੈ ਕੇ, ਤੇ ਉਹ ਸਾਰੇ ਹੁਮਾ ਕੇ ਆਪਣੇ ਆਪ ਹੀ ਉੱਥੇ ਪਹੁੰਚ ਗਏ। ਇਹ ਸਾਰੇ ਇਕੱਠੇ ਹੋ ਕੇ ਵੀ ਦੇਖੋ ਗਿਣਤੀ ਸੀ ਸਿਰਫ 10,000। ਭੈਣ ਜੀ ਇੱਕ ਪਾਸੇ 10,000 ਜਿਹੜੇ ਅੱਤ ਦੇ ਗਰੀਬ ਖੜੇ ਹੋਏ ਜਿਨ੍ਹਾਂ ਕੋਲ ਕੁਝ ਵੀ ਨਾ ਸੀ, ਤੇ ਦੂਸਵਾਏ ਇੱਕ ਅਣਖ ਦੇ, ਤੇ ਦੂਜੇ ਪਾਸੇ ਇੰਨੀ ਹਜੂਮ ਜਿਹਨੇ ਚਾਰੇ ਪਾਸਿਓਂ। ਤੇ ਜ਼ਰਾ ਅਨੰਦਪੁਰ ਸਾਹਿਬ ਦਾ ਕਿਲਾ ਇੱਕ ਸੈਕਿੰਡ ਲਈ ਧਿਆਨ ਚ ਰੱਖਿਓ ਕਿੰਨਾ ਕੁ, ਜਿੰਨਾ ਕੁ ਆਪਾਂ ਜਾ ਕੇ ਦੇਖਦੇ ਹਾਂ, ਜੋ ਕਿ ਅਸਲ ਗੁਰਦੁਆਰਾ ਸਾਹਿਬ ਤੋਂ ਬਾਹਰ ਛੋਟਾ ਜਿਹਾ ਇੱਕ ਥਾਂ ਜਿੱਥੇ ਆਪਾਂ ਵੇਖ ਸਕਦੇ ਹਾਂ ਕਿ ਕਿੰਨਾ ਕੁ ਅੰਨ ਵੀ ਰੱਖਿਆ ਜਾਏਗਾ, ਕਿੰਨੇ ਕੁ ਘੋੜੇ ਸਮੋ ਜਾਣਗੇ, ਕਿੰਨੇ ਕੁ ਬੰਦੇ ਯਾਨੀ ਉੱਥੇ। ਤੇ ਫਿਰ ਉਹਨਾਂ ਨੇ ਸਾਰਾ ਰੋਕਣਾ ਕਿਹਨਾਂ ਨੂੰ ਸੀ ਕਿ ਜਿਹੜੇ ਥੱਲੇ ਨਗਰ ਦੇ ਨਿਵਾਸੀ ਵੀ ਸੀ, ਤੇ ਗੁਰੂ ਸਾਹਿਬ ਦੇ ਹੁਕਮਾਂ ਤੇ ਉਹਨਾਂ ਨੇ ਕਿਹਾ ਵੀ ਟੱਬਰ ਵੀ ਆਪਣੇ ਇੱਥੋਂ ਕੱਢ ਦਿਓ, ਕੋਈ ਤਾਂ ਕਿ ਕਿਸੇ ਦਾ ਕੋਈ ਯਾਨੀ ਐਵੇਂ ਹੀ ਨਾ ਕੋਈ ਮਾਰਿਆ ਜਾਵੇ, ਕਿਉਂਕਿ ਇਹ ਤਾਂ ਸੱਚ ਤੇ ਹੱਕ ਦੀ ਲੜਾਈ ਜੇ, ਤੇ ਇਹਦੇ ਵਿੱਚ ਕਿਤੇ ਕੋਈ ਵੈਸੇ ਹੀ ਗਰੀਬ ਕਿਉਂ ਮਾਰਿਆ ਜਾਣਾ। ਸੋ ਟੱਬਰ ਸਾਰਿਆਂ ਦੇ ਉੱਥੋਂ ਭਿਜਵਾ ਦਿੱਤੇ। ਜੇ ਟੱਬਰ ਕਿਸੇ ਦਾ ਰਹਿ ਗਿਆ ਸੀ ਤੇ ਸਭ ਜਾਣਦੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ, ਉਹਨਾਂ ਦੇ ਲਖਤੇ ਜਿਗਰ ਸਨ, ਨੌਜਵਾਨ ਬੋਟੀ ਸੀ, ਮਾਂ ਸੀ, ਤੇ ਉਹ ਉੱਥੇ ਹੀ ਟਿਕੇ ਰਹੇ ਨਾਲ, ਤੇ ਬਾਕੀ ਸਾਰੇ ਦੇ ਸਾਰੇ ਟੱਬਰ ਉੱਥੋਂ ਤੋੜ ਦਿੱਤੇ, ਤੇ ਬਾਕੀ ਸਨ ਸਾਰੇ ਜਿਹੜੇ ਮੂੰਹ ਤੋੜ ਜਵਾਬ ਦੇਣ ਲਈ ਖੜੇ ਸਨ। ਹੁਣ ਇਸ ਸਮੇਂ ਦੇਖੋ ਲੱਖਾਂ ਦੀ ਗਿਣਤੀ ਸਿਰਫ ਅਨੰਦਪੁਰ ਸਾਹਿਬ ਦਾ ਨਾਮੋ ਨਿਸ਼ਾਨ ਮਿਟਾਉਣ ਆਏ ਸਨ, ਤੇ ਸਿਰ ਧੜ ਦੀ ਬਾਜ਼ੀ ਲਾਉਣ ਵਾਲੇ ਜਿਹੜੇ ਯੋਧੇ ਸੀ ਉਹ ਸਿਰਫ ਗਿਣਤੀ ਦੇ। ਹੁਣ ਇਸ ਸਮੇਂ ਦੇਖੋ ਉਦੋਂ ਹੀ ਕੁਝ ਵਰੇ ਪਹਿਲਾਂ ਹੀ 1699 ਵਿੱਚ ਸਭ ਨੂੰ ਪਤਾ ਹੈ ਕਿ ਕੀ ਕੌਤਕ ਵਾਪਰਿਆ ਸੀ, ਜਿੱਥੇ ਸਿੰਘ ਸਜਾਏ ਗਏ ਸਨ, ਖਾਲਸੇ ਸਜਾਏ ਗਏ ਸਨ। ਸੋ ਉਹ ਖਾਲਸਿਆਂ ਦਾ ਕਿਵੇਂ ਉਸ ਸਮੇਂ ਦੇ ਇਹ ਸਾਜੇ ਜਾਣ ਨਾਲ ਕੀ ਸ਼ਕਤੀ ਉੱਭਰ ਕੇ ਸਾਹਮਣੇ ਆਈ, ਕਿਵੇਂ ਉਹ ਮਹਾਮਾਨਵ ਬਣੇ, ਕਿਵੇਂ ਸਹੀ ਮਾਇਨਿਆਂ ਚ ਇੱਕ ਇੱਕ ਨੇ 1.25 ਲੱਖ ਬਣ ਕੇ ਜੋ ਉੱਥੇ ਲੜੇ, ਇਤਿਹਾਸ ਸਿਰਜਿਆ। ਉਹਦੇ ਵਿੱਚ ਦੇਖੋ ਕਿਵੇਂ ਉਹਨਾਂ ਨੇ ਗੁਰੂ ਸਾਹਿਬ ਨੇ ਦੋ ਕੁ ਗੱਲਾਂ ਬੜੀਆਂ ਜ਼ਰੂਰੀ ਉਸ ਵੇਲੇ ਦੀਆਂ ਸਾਂਝੀਆਂ ਕਰਨ ਵਾਲੀਆਂ ਨੇ, ਕਿ ਉਹਨਾਂ ਨੇ ਹਜ਼ੂਰੀ ਕਵੀਆਂ ਨੂੰ ਵੀ ਅਨੰਦਪੁਰ ਸਾਹਿਬ ਵਿੱਚੋਂ ਬਾਹਰ ਕਢਵਾ ਦਿੱਤਾ ਸੀ, ਤੇ ਗੁਰੂ ਸਾਹਿਬ ਨੇ ਕਿਹਾ ਕਿ ਸਾਰੇ ਸੁਰੱਖਿਅਤ ਥਾਵਾਂ ਤੇ ਪਹੁੰਚੋ, ਕਿ ਸਾਡੇ ਵਿੱਚੋਂ ਕੋਈ ਵੀ ਨਾ ਜੇ ਰਹੇਗਾ। ਫਿਰ ਵੀ ਘੱਟੋ ਘੱਟ ਇਹ ਸੋਚ ਗੁਰੂ ਸਾਹਿਬ ਦੀ ਇਹ ਅਗਾਂਹ ਤੋਰਨੀ ਜ਼ਰੂਰੀ ਹੈ। ਸੋ ਮੇਰੇ ਉਹ ਪੁੱਤਰ ਯਾਨੀ ਜਿਹੜੇ ਅਗਾਂਹ ਗੱਲ ਤੋਰ ਸਕਣ, ਉਹ ਜਿਉਂਦੇ ਰਹਿਣ। ਖਿਆਲ ਕਰੋ ਉਹਨਾਂ ਕੋਲ ਰਾਹ ਸੀ ਆਪਣੇ ਪੁੱਤਰ ਕੱਢਣ ਦਾ, ਪਰ ਉਹ ਨਹੀਂ ਕੱਢੇ। ਉਹਨਾਂ ਨੇ ਕੱਢੇ ਕਿ ਮੇਰੇ ਜੋ ਹਜ਼ਾਰਾਂ ਹੋਰ ਪੁੱਤਰ ਨੇ ਜਿਨ੍ਹਾਂ ਨੇ ਜਿਉਂਦੇ ਰੱਖਣਾ, ਉਹਨਾਂ ਦੇ ਟੱਬਰ, ਉਹ ਸਭ ਸੁਰੱਖਿਅਤ ਹੋਣੇ ਚਾਹੀਦੇ ਨੇ।
ਸੋ 20 ਮਈ ਸਨ 1704 ਨੂੰ ਆਨੰਦਪੁਰ ਸਾਹਿਬ ਤੇ ਹੱਲਾ ਬੋਲਿਆ ਗਿਆ। ਉਦੋਂ ਹੁਣ ਆਪਾਂ ਨੂੰ ਪਤਾ ਹੀ ਹੈ, ਇੱਕ ਪਾਸੇ ਦਿੱਲੀ ਦੀ ਸਾਰੀ ਸਰਹੰਦ ਤੇ ਮੁਗਲ ਫੌਜ, ਦੂਜੇ ਪਾਸੇ ਪਹਾੜੀ ਰਾਜਿਆਂ ਦੀ ਸੈਨਾ, ਤੇ ਜਹਾਦ ਲਈ ਜੋ ਇਕੱਠਾ ਹੋਇਆ ਨਾਲ ਲੁਟੇਰਾ ਦਲ। ਇਹਦੋਂ ਜੋ ਯੁੱਧ ਕਲਾ ਦੀ ਦੇਖੋ ਕਿਆ ਕਮਾਲ ਦੀ ਉਹਨਾਂ ਦੀ ਜੁਗਤ ਸੀ ਕਿ ਜਿਵੇਂ ਮੈਂ ਦੱਸਿਆ, ਲੱਖਾਂ ਨਾਲ ਇੱਕ ਲੜਾਉਣ ਵਾਸਤੇ ਉਹਨਾਂ ਨੇ ਕੀਤਾ ਕੀ ਕਿ ਉਹਨਾਂ ਨੇ 500 ਦੇ ਜੱਥੇ ਗੁਰੂ ਸਾਹਿਬ ਨੇ ਤਿਆਰ ਕੀਤੇ, ਜਿਹੜੇ ਸਿੰਘਾਂ ਨੂੰ ਕੇਸਗੜ੍ਹ, ਆਨੰਦਪੁਰ ਸਾਹਿਬ, ਆਨੰਦਗੜ੍ਹ, ਹੋਲਗੜ੍ਹ, ਫਿਰ ਲੋਹਗੜ੍ਹ ਤੇ ਅਗੰਮਪੁਰ, ਇਹਨਾਂ ਥਾਵਾਂ ਤੇ ਭੇਜ ਦਿੱਤੇ। ਹੁਣ ਹਰ ਇੱਕ ਨੂੰ, ਖਾਲਸੇ ਨੂੰ ਉੱਥੇ ਇਹ ਸਮਝਾਇਆ ਗਿਆ ਕਿ ਬੇਲੋੜਾ ਹੱਲਾ ਕਰਨਾ ਹੀ ਨਹੀਂ, ਮਿਆਨ ਚੋਂ ਤਲਵਾਰ ਉਦੋਂ ਹੀ ਨਿਕਲਣੀ ਹੈ ਜਦੋਂ ਤੁਸੀਂ ਸਵੈ ਰੱਖਿਆ ਕਰਨੀ ਹੈ, ਨਹੀਂ ਤਾਂ ਨਿਹੱਥੇ ਕਿਸੇ ਤੇ ਵਾਰ ਨਹੀਂ ਕਰਨਾ। ਜਿਹੜਾ ਜ਼ਖਮੀ ਹੈ ਉਹਦੀ ਮੱਲਮ ਪੱਟੀ ਵੀ ਕਰਨੀ ਹੈ। ਨਗਰ ਨਿਵਾਸੀਆਂ ਦੀ ਤੁਸੀਂ ਉਹਨਾਂ ਦੇ ਬਚਾਓ ਲਈ ਕਿਸ ਤਰੀਕੇ ਕਰਨਾ ਹੈ। ਯਾਨੀ ਗੱਲ ਇਹ ਸੀ ਕਿ ਅਸਲ ਵਿੱਚ ਜਾਨਾਂ ਬਚਾਉਣ ਦੀ ਗੱਲ ਕਰਦੇ ਸਨ, ਨਾ ਕਿ ਮਾਰਨ ਦੀ। ਹੁਣ ਇਤਿਹਾਸਕਾਰਾਂ ਨੇ ਜੋ ਸ਼ਬਦ ਲਿਖਿਆ, ਮੈਂ ਉਹ ਪੜ੍ਹ ਕੇ ਦੱਸਣਾ ਚਾਹੁੰਦੀ ਹਾਂ। ਕੀ ਕਹਿੰਦੇ ਨੇ ਕਿ ਤੀਰਾਂ ਦਾ ਮੀਂਹ ਵਸਦਾ ਪਿਆ ਸੀ, ਇੱਕ ਇੱਕ ਸਿੰਘ ਵਾਕਈ 1.25 ਲੱਖ ਵਾਂਗ ਜੂਝਿਆ, ਤੀਰ ਬੰਦੂਕਾਂ ਨਾਲ ਸੈਂਕੜੇ ਵੈਰੀ ਮਾਰੇ ਗਏ। ਪਰ ਦੇਖੋ ਇਹ ਨਾ ਸੁਨਹਿਰੀ ਅੱਖਰ ਨੇ ਜੋ ਮੈਂ ਚਾਹੁੰਦੀ ਹਾਂ ਤੁਹਾਡੇ ਰਾਹੀਂ ਜੇ ਇਹ ਜਿਉਂਦੇ ਰਹਿ ਜਾਣ, ਜੋ ਲਿਖਿਆ ਜੇ ਕਿ ਜਦੋਂ ਵੈਰੀਆਂ ਦਾ ਆਮੋ ਸਾਹਮਣੇ ਟਾਕਰਾ ਹੋਇਆ ਤਾਂ ਸਿੰਘਾਂ ਨੂੰ ਤਲਵਾਰ ਮਿਆਨੋਂ ਬਾਹਰ ਕੱਢਣ ਦਾ ਮੌਕਾ ਮਿਲਿਆ। ਉਦੋਂ ਸਿੰਘ ਭੁੱਖੇ ਸ਼ੇਰ ਵਾਂਗ ਵੈਰੀਆਂ ਤੇ ਟੁੱਟ ਪਏ। ਇੱਕ ਵਾਰ ਵੀ ਸਿੰਘਾਂ ਵੱਲੋਂ ਵਧੀਕੀ ਨਹੀਂ ਕੀਤੀ ਗਈ, ਸਿਰਫ ਸਵੈ ਰੱਖਿਆ ਲਈ ਤਲਵਾਰ ਚੁੱਕੀ ਗਈ। ਇਸ ਇਖਲਾਕੀ ਸੱਚਾਈ ਨੇ ਸਿੰਘਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਸਨ। ਇਹ ਸਭ ਉਹ ਸਨ ਜਿਹੜੇ ਫਕੀਰਾਨਾ ਜ਼ਿੰਦਗੀ ਜਿਉ ਰਹੇ ਸਨ ਤੇ ਇਹਨਾਂ ਨੇ ਵਧੀਕੀ ਜਰਨ ਤੋਂ ਇਨਕਾਰ ਕੀਤਾ ਹੋਇਆ ਸੀ। ਪੂਰਾ ਮਹੀਨਾ ਜੰਗ ਜਾਰੀ ਰਹੀ ਤੇ ਸਿੰਘਾਂ ਦੇ ਹੌਸਲੇ ਜੰਗ ਤੋਂ ਪਹਿਲਾਂ ਜੋ ਸਨ ਉਸ ਤੋਂ 3 ਗੁਣਾ ਵੱਧ ਬੁਲੰਦ ਹੋ ਗਏ ਸਨ। ਹੈ ਨਾ ਕਮਾਲ। ਇਹ ਇਤਿਹਾਸ ਵਿੱਚ ਦਰਜ ਸੁਨਹਿਰੀ ਅੱਖਰ ਮੇਰਾ ਖਿਆਲ ਹੈ ਕਿ ਸਾਡੀ ਆਉਣ ਵਾਲੀ ਨਸਲ ਨੂੰ ਵੀ ਰੁਸ਼ਨਾ ਸਕਦੇ ਨੇ। ਇੰਨੀ ਖੂਬਸੂਰਤ ਸਤਰਾਂ ਵਿੱਚ ਬਹੁਤ ਡੂੰਘੀਆਂ ਗੱਲਾਂ ਲੁਕੀਆਂ ਪਈਆਂ ਨੇ। ਦੇਖੋ, 1 ਮਹੀਨੇ ਦੀ ਜੰਗ ਬਾਅਦ ਸੂਬੇਦਾਰਾਂ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਕਿਹਨਾਂ ਨਾਲ ਟਾਕਰਾ ਕਰਨ ਆਏ ਆ, ਸਾਡਾ ਇੱਥੇ ਦਾਲ ਨਹੀਂ ਗਲਣੀ, ਕੁਛ ਨਹੀਂ ਹੋਣਾ। ਸੋ ਉਹਨਾਂ ਨੂੰ ਸੱਚਮੁੱਚ ਜਾਪਿਆ ਵੀ ਪਹਿਲੀ ਵਾਰ ਸਿੰਘਾਂ ਨਾਲ ਵਾਹ ਪਿਆ। ਤੇ ਮੁਗਲ ਇਤਿਹਾਸ ਵਿੱਚ ਲਿਖਿਆ ਹੈ ਕਿ ਔਰੰਗਜ਼ੇਬ ਨੇ ਵੀ, ਜਿਸਨੇ ਕਿ ਸਾਰੀ ਉਮਰ ਜੰਗਾਂ ਵਿੱਚ ਬਿਤਾਈ ਸੀ, ਉਹਨੂੰ ਲੱਗਿਆ ਇਹੋ ਜਿਹੀ ਜੰਗ ਨਾ ਕਦੇ ਮੈਂ ਵੇਖੀ, ਨਾ ਸੁਣੀ, ਨਾ ਹੰਡਾਈ। ਇਹ ਤੇ ਕੁਝ ਵਾਕੀ ਕਿਸਮ ਦੀ ਜੰਗ ਸਾਹਮਣੇ ਆਈ ਹੋਈ ਹੈ। ਯਾਨੀ ਨਾ ਟੁੱਟਦੇ ਨੇ ਨਾ ਹੌਸਲੇ, ਖਰੇ ਕਿੱਥੋਂ ਬੁਲੰਦ ਹੋਈ ਜਾਂਦੇ ਨੇ। ਸੋ ਉਦੋਂ ਕੀਤਾ ਕੀ ਗਿਆ, ਉਹਨਾਂ ਨੇ ਫੈਸਲਾ ਲਿਆ ਕਿ ਇਸ ਤਰ੍ਹਾਂ ਤਾਂ ਸਾਡੇ ਵੱਲੋਂ ਜਿੱਤਿਆ ਜਾਣਾ ਹੀ ਨਹੀਂ। ਸੋ ਆਪਾਂ ਇਹਨੂੰ ਚੁਫੇਰਿਓਂ ਘੇਰਾ ਪਾ ਲੈਂਦੇ ਤਾਂ ਕਿ ਇਹਨਾਂ ਦਾ ਰਸਦ ਪਾਣੀ ਬੰਦ ਹੋ ਜਾਏ। ਭੁੱਖੇ ਭਾਣੇ ਸਿੰਘ ਧਿਆਏ ਆਪੇ ਹੀ ਬਾਹਰ ਆਣਗੇ ਤੇ ਫਿਰ ਫੜ ਕੇ ਢਾ ਲਵਾਂਗੇ, ਮਾਰ ਮੁਕਾਵਾਂਗੇ। 1000 ਏਡੀ ਵੱਡੀ ਗਿਣਤੀ ਤੇ ਉਹ ਛੋਟੇ ਜਿਹੇ, ਸੋ ਸਮਝ ਆ ਹੀ ਸਕਦੀ ਹੈ ਕੋਈ ਵੀ ਵੈਰੀ ਇੰਝ ਹੀ ਸੋਚੇਗਾ। ਸੋ ਘੇਰਾ ਤਗੜਾ ਕਰ ਲਿੱਤਾ ਗਿਆ। ਹੁਣ ਦੂਜੇ ਪਾਸੇ ਨਾ ਸਿਰਫ ਸਿੰਘ ਸਨ, ਨਗਰ ਨਿਵਾਸੀ ਸਨ, ਘੋੜੇ ਵੀ ਸੀ। ਨਾ ਘਾਹ ਹੋਵੇ ਉਹਨਾਂ ਲਈ, ਨਾ ਅੰਨ ਹੋਵੇ, ਨਾ ਪਾਣੀ ਹੋਵੇ। ਕਿੰਨਾ ਔਖਾ ਸਮਾਂ ਸੀ। ਫਿਰ ਸਿੰਘਾਂ ਨੇ ਸਲਾਹ ਕੀਤੀ ਗੁਰੂ ਸਾਹਿਬ ਨਾਲ, ਤੇ ਗੁਰੂ ਸਾਹਿਬ ਨੇ ਪਹਿਲੀ ਵਾਰ ਸੀ ਜਦੋਂ ਗੁਰਿੱਲਾ ਜੰਗ ਦੀ ਵਿਧੀ ਉਦੋਂ ਅਪਣਾਈ ਗਈ ਕਿ ਉਦੋਂ ਗੁਰੂ ਸਾਹਿਬ ਨੇ ਇਹਨਾਂ ਨੂੰ ਫਿਰ ਕਿਹਾ ਕਿ ਤੁਸੀਂ ਭਾਈ ਛਾਪੇ ਮਾਰ ਜੱਥਿਆਂ ਵਿੱਚ ਬਾਹਰ ਜਾਓ। ਸੋ ਜਿਹੜੇ ਉਹਨਾਂ ਕੋਲ ਰਸਦ ਤੇ ਹਥਿਆਰ ਨੇ ਬਾਹਰ ਬੈਠਿਆਂ ਕੋਲ, ਸੋ ਅੱਧ ਰਾਤ ਨੂੰ ਜਾਂ ਤੀਜੇ ਪੈਰ ਸਿੰਘ ਨਿਕਲਣੇ। ਤੇ ਫਿਰ ਜੋ ਅੱਜ ਲਾਹਨਤ ਵਾਲੀ ਗੱਲ ਕਹਿ ਸਕਦੀਆਂ, ਸਿੰਘਾਂ ਦੇ 12 ਵਜੇ ਜੋ ਬੋਲਦੇ ਨੇ, ਉਹ 12 ਵਜੇ ਸੀ। ਉਸ ਅਸਲ ਯਾਨੀ ਹਿੰਮਤ ਦੀ ਦਾਤ ਦੇਣੀ ਬਣਦੀ ਹੈ ਕਿ ਮੁਗਲ ਪੂਰੀ ਫੌਜ ਦਹਿਲ ਜਾਂਦੀ ਸੀ ਰਾਤ ਨੂੰ। ਇਹ ਨਿਕਲਿਆ 5 ਦਾ ਜੱਥਾ ਵੀ ਜੇ 10,000 ਤੇ ਭਾਰੀ ਪੈ ਰਿਹਾ ਸੀ ਤਾਂ ਸਮਝ ਆ ਸਕਦੀ ਉਹਨਾਂ ਨੂੰ ਲੁੱਟ ਕੇ ਵਾਪਸ ਜਾਣਾ ਜਿਗਰੇ ਦੀ ਗੱਲ ਹੈ ਭੈਣ ਜੀ। ਅੱਧ ਰਾਤ ਨਿਹੱਥੇ ਸਿੰਘ ਤੇ ਫਿਰ ਉਧਰ ਸਾਰੇ ਜਿਨ੍ਹਾਂ ਦੇ ਕੋਲ ਸਭ ਕੁਛ ਹੈ, ਫਿਰ ਵੀ ਉਹਨਾਂ ਤੋਂ ਰਸਦ ਤੇ ਹਥਿਆਰ ਲੁੱਟ ਕੇ ਲਿਜਾਣੇ ਮਾਇਨੇ ਰੱਖਦਾ ਹੈ। ਸੋ ਇਸ ਤਰੀਕੇ ਉਹਨਾਂ ਨੇ ਅੱਗੋਂ ਸਮਾਂ ਕਾਫੀ ਲੰਘਾ ਲਿਆ। ਫਿਰ ਹੌਲੀ ਹੌਲੀ ਉਹਨੇ ਸਮਝ ਆਈ ਉਹਨਾਂ ਨੂੰ ਕਿ ਇਸ ਤਰ੍ਹਾਂ ਤਾਂ ਸਾਡੇ ਬੰਦੇ
ਹਜ਼ਾਰਾਂ ਦੀ ਗਿਣਤੀ 'ਚ ਬੈਠੇ 5 ਦੇ ਅੱਗੇ ਵੀ ਹਾਰੀ ਜਾਂਦੇ ਨੇ, ਤਾਂ ਆਪਾਂ ਹੁਣ ਕੀ ਕਰੀਏ। ਉਹਨਾਂ ਨੇ ਰਸਦ ਤੇ ਫਿਰ ਸਾਰਾ ਜਿਹੜਾ ਸਮਾਨ ਸੀ, ਨਾਲੇ ਆਪਣੀਆਂ ਬੰਦੂਕਾਂ ਵਗੈਰਾ ਸਭ ਪਿਛਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਪਤਾ ਜੇ ਕਿਉਂ? ਉਹਨਾਂ ਨੂੰ ਪਤਾ ਸੀ ਸਾਡੇ ਨਿਹੱਥਿਆਂ ਨੂੰ ਇੱਕ ਵੀ ਸਿੰਘ ਨੇ ਮਾਰਨਾ ਨਹੀਂ, ਸਾਨੂੰ ਹਥਿਆਰਾਂ ਦੀ ਲੋੜ ਹੀ ਨਹੀਂ, ਯਾਨੀ ਉਹਨਾਂ ਕੋਲ ਤਾਂ ਹੈ ਹੀ ਨਹੀਂ, ਸਾਨੂੰ ਮਾਰਨਗੇ ਹੀ ਨਹੀਂ, ਤੇ ਸਾਡੇ ਕੋਲ ਕੋਈ ਰਸਦ ਵੀ ਨਹੀਂ ਜਿਹੜੀ ਚੁੱਕ ਕੇ ਲਿਜਾਣਗੇ। ਸੋ ਉਹਨਾਂ ਨੇ ਸਭ ਕੁਝ ਪਿਛਾਂ ਧੱਕ ਦਿੱਤਾ ਕਿ ਅਸੀਂ ਖਾਲੀ ਹੱਥ ਬੈਠੇ, ਹੱਥ ਖੜੇ ਕਰ ਲੈਣੇ ਤੇ ਉਹ ਸਿੰਘਾਂ ਨੇ ਉਹਨਾਂ ਨੂੰ ਕੁਝ ਵੀ ਨਾ ਕਹਿਣਾ। ਪਰ ਹੋਇਆ ਇਹ ਕਿ ਫਿਰ ਹੌਲੀ ਹੌਲੀ ਨਾ ਰਸਦ ਮਿਲੀ, ਨਾ ਹਥਿਆਰ। ਹੁਣ ਦੂਜੇ ਪਾਸੇ ਧਿਆਨ ਕਰੀਏ ਭੈਣ ਜੀ, ਉਦੋਂ ਆਏ ਸਨ ਲੁੱਟਣ ਵਾਲੇ ਬਹੁਤ ਵੱਡੀ ਗਿਣਤੀ 'ਚ ਨਾਲ, ਜਿਹੜੇ ਵੈਸੇ ਹੀ ਬਹਿ ਗਏ ਸਨ। ਹੁਣ ਉਹਨਾਂ ਨੂੰ ਨਾ ਤਾਂ ਕੁਝ ਹਾਸਲ ਹੋ ਰਿਹਾ ਸੀ, ਨਾ ਉਹਨਾਂ ਦੇ ਕੋਲ ਕੁਝ ਲੁੱਟਣ ਨੂੰ ਸੀ। ਸੋ ਉਹਨਾਂ ਨੇ ਕੀ ਕੀਤਾ ਕਿ ਆਸ-ਪਾਸ ਦੇ ਜਿਹੜੇ ਪਿੰਡ ਸੀ ਬਾਹਰ, ਉੱਥੇ ਲੁੱਟ ਮਚਾਉਣੀ ਸ਼ੁਰੂ ਕੀਤੀ। ਜ਼ਿਕਰ ਮਿਲਦਾ ਹੈ ਹਜ਼ਾਰਾਂ ਔਰਤਾਂ ਦੀ ਬੇਪਤੀ ਹੋਈ, ਪੱਤ ਲੁੱਟੀ ਗਈ। ਤਾਂ ਨਤੀਜਾ ਇਹੋ ਹੋਣਾ ਸੀ, ਜਿਨ੍ਹਾਂ ਦੀਆਂ ਫਸਲਾਂ ਉਜਾੜੀਆਂ ਗਈਆਂ, ਘਰ-ਬਾਰ ਲੁੱਟ ਗਿਆ। ਸੋ ਉਹਨਾਂ ਦਾ ਜ਼ਾਹਰ ਗੁੱਸਾ ਬੜਾ ਤਗੜਾ ਹੋਣਾ ਹੀ ਸੀ। ਉਹਨਾਂ ਦੀ ਹੌਲੀ ਹੌਲੀ ਭਾਵੇਂ ਉਹਨਾਂ ਦਾ ਜੰਗ ਨਾਲ ਕੁਝ ਲੈਣਾ ਦੇਣਾ ਨਹੀਂ ਸੀ, ਪਰ ਉਹਨਾਂ ਦੇ ਮਨਾਂ ਵਿੱਚ ਇਹਨਾਂ ਫੌਜੀਆਂ ਦੇ ਵਿਰੁੱਧ ਤੇ ਇਹ ਲੁੱਟਣ ਵਾਲਿਆਂ ਦੇ ਵਿਰੁੱਧ ਯਾਨੀ ਉਹਨਾਂ ਦੇ ਅੰਦਰ ਇੱਕ ਗੁੱਸਾ ਭਰਨਾ ਸ਼ੁਰੂ ਹੋ ਗਿਆ। ਹੁਣ ਗੱਲ ਇਹ ਸੀ ਕਿ ਇਹ ਹਾਹਾਕਾਰ ਜੇ ਲਗਾਤਾਰ ਰਹਿੰਦੀ, ਤਾਂ ਔਰੰਗਜ਼ੇਬ ਨੂੰ ਪਤਾ ਸੀ ਕਿ ਜੇ ਮੈਨੂੰ ਹੁਣੇ ਅੰਦਰਲੇ ਤਾਂ ਮੈਂ ਦੱਬੇ ਹੋਏ ਨੇ ਗਿਣਤੀ ਦੇ, ਪਰ ਜੇ ਬਾਹਰੋਂ ਚੁਫੇਰਾ ਸਾਰਾ ਪੰਜਾਬ ਖੜਾ ਹੋ ਗਿਆ ਇਸ ਤਰੀਕੇ ਦੀ ਲੁੱਟ ਖਸੁੱਟ ਨਾਲ, ਤਾਂ ਫਿਰ ਮੇਰਾ ਤਾਂ ਕੁਝ ਰਹਿਣਾ ਹੀ ਨਹੀਂ। ਤੇ ਜੇ ਇੰਨਿਆਂ ਨੂੰ ਅਸੀਂ ਨਹੀਂ ਸਾਂਭ ਸਕ ਰਹੇ, ਤੇ ਜੇ ਵੱਡੀ ਗਿਣਤੀ ਖੜੇ ਹੋ ਗਏ ਤਾਂ ਫਿਰ ਕਿੱਥੇ ਮਰਾਂਗੇ ਜਾ ਕੇ। ਸੋ ਉਹਨੇ ਕੀ ਕੀਤਾ ਕਿ ਇਹਨਾਂ ਨੂੰ ਇੱਕ ਯਾਨੀ ਧੋਖਾ ਜੋ ਕੀਤਾ ਸ਼ੁਰੂ, ਕਿ ਗੁਰੂ ਸਾਹਿਬ ਨੂੰ ਚਿੱਠੀ ਕੱਲੀ ਵੀ ਭਾਈ ਦੇਖੋ, ਤੁਸੀਂ ਤਾਂ ਕਿਸੇ ਨੂੰ ਬਿਨਾਂ ਮਤਲਬ ਮਾਰਦੇ ਨਹੀਂ, ਤੇ ਆਮ ਲੋਕ ਮਰੀ ਜਾਂਦੇ ਨੇ ਸਾਰੇ। ਹੁਣ ਇੱਕ ਕੰਮ ਕਰੋ, ਤੁਸੀਂ ਕਿਲੇ ਚੋਂ ਬਾਹਰ ਨਿਕਲੋ, ਅਸੀਂ ਹੱਲਾ ਨਹੀਂ ਬੋਲਾਂਗੇ, ਤੁਸੀਂ ਲੰਘ ਜਾਓ ਜਿੱਥੇ ਜਾਣਾ। ਹੁਣ ਵੇਖੋ ਭੈਣ ਜੀ, ਕਿੱਡੀ ਤਗੜੀ ਚਪੇੜ ਹੈ, ਵਕਾਰ ਨੂੰ ਕਿੱਡੀ ਤਗੜੀ ਸੱਟ ਹੈ ਵੀ 10 ਲੱਖ ਫੌਜ ਜਿਹੜੀ ਜਦੋਂ ਮਰ ਮੁੱਕਦੀ ਹੈ, ਪਿੱਛੋਂ ਹੋਰ ਫੌਜਾਂ ਆਈ ਜਾ ਰਹੀਆਂ, ਤੇ ਅੰਦਰ ਇੰਨਾ ਕੁ ਆਪਾਂ ਹਿਸਾਬ ਲਾਈਏ ਅਨੰਦਪੁਰ ਸਾਹਿਬ, ਤੇ ਉਹਦੇ ਅੰਦਰ ਗਿਣਤੀ ਦੇ ਸਿੰਘ, ਯਾਨੀ ਉਹ ਇੰਨਾ ਵੱਡਾ ਹੱਲਾ ਜੇ ਉਹ ਲੈ ਵੀ ਲੈਂਦੇ ਉਸ ਸਮੇਂ, ਤਾਂ ਕੀ ਵਕਾਰ ਸੀ ਇਹਨਾਂ ਦਾ ਕਿ 1 ਮਹੀਨਾ ਤਾਂ ਤੁਸੀਂ ਨੇੜੇ ਨਹੀਂ ਫਟਕ ਸਕੇ। ਫਿਰ ਵੀ ਵੇਖੋ ਗੁਰੂ ਸਾਹਿਬ ਦੀ ਦੂਰਅੰਦੇਸ਼ੀ, ਕਿ ਉਹ ਸਮਝ ਗਏ ਸਨ, ਚੰਗੀ ਤਰ੍ਹਾਂ ਵਾਕਿਫ ਸਨ ਕਿ ਇਹ ਝੂਠ ਬੋਲ ਰਿਹਾ, ਇਹ ਸੱਚ ਨਹੀਂ ਬੋਲ ਰਿਹਾ। ਸੋ ਉਹਨਾਂ ਨੇ ਕਿਹਾ ਕਿ ਮੈਂ ਇਹ ਚੀਜ਼ ਨਹੀਂ ਮੰਨਣੀ। ਪਰ ਜਿਹੜੇ ਅੰਦਰ ਨਗਰ ਨਿਵਾਸੀ ਸੀ, ਕੁਝ ਸਿੰਘ ਵੀ ਜੋ ਯਾਨੀ ਥੱਕ ਚੁੱਕੇ ਸਨ ਲੜ ਲੜ ਕੇ ਇੰਨੇ ਦੇਰ, ਕਿ ਹੁਣ ਨਾ ਕੋਈ ਪਾਣੀ ਹੈ, ਨਾ ਖਾਣ ਨੂੰ ਹੈ। ਉਸ ਸਮੇਂ ਦਾ ਜ਼ਿਕਰ ਮਿਲਦਾ ਹੈ ਕਿ ਦੇਖੋ 1 ਮੀਲ ਦੂਰੋਂ ਪਾਣੀ, ਉਹ ਕੋਈ ਇੱਕ ਵਗਦੀ ਨਦੀ ਸੀ ਪਹਾੜੀ ਛੋਟੀ ਜਿਹੀ, ਉੱਥੋਂ ਪਾਣੀ ਚੁੱਕ ਕੇ ਰਾਤ ਨੂੰ ਲੁਕ ਕੇ ਲਿਆਉਂਦੇ ਸਨ, ਤੇ ਛਿੱਲੜਾਂ ਲਾ ਲਾ ਕੇ ਖਾਂਦੇ ਸਨ। ਉਸ ਸਮੇਂ ਜਿਹੜੇ ਦਰਖਤ ਅੰਦਰ ਸੀਗੇ, ਇਹ ਹਾਲ ਤੇ ਆ ਚੁੱਕੇ ਸਨ, ਅੰਨ ਦਾ ਦਾਣਾ ਵੀ ਨਹੀਂ ਸੀ ਅੰਦਰ। ਹੁਣ ਉਹਦੇ ਚ ਘੋੜੇ ਵੀ, ਯਾਨੀ ਸਭ ਨੂੰ ਖਵਾਉਣਾ। ਭੈਣ ਜੀ ਸੋਚ ਕੇ ਵੇਖਿਓ, ਨਿੱਕੇ ਨਿੱਕੇ ਬਾਲ ਜਿਹੜੇ ਅੰਦਰ, ਉਹ ਕਿਸ ਤਰੀਕੇ ਇਹ ਭੁੱਖ ਜਰੇ ਹੋਣੇ ਨੇ, ਨਾ ਉਹਨਾਂ ਕੋਲ ਕੁਝ ਖਾਣ ਨੂੰ, ਨਾ ਪੀਣ ਨੂੰ, ਤੇ ਫਿਰ ਵੀ ਹੌਸਲੇ ਬੁਲੰਦ, ਜੋ ਆਪਾਂ ਅਖੀਰੀ ਦਮ ਤੱਕ ਦੇਖਿਆ, ਭੁੱਖਿਆਂ 3 ਰਾਤਾਂ ਵੀ ਕੱਢੀਆਂ, ਜਦੋਂ ਆਖਰੀ ਸਮੇਂ ਵੀ, ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ। ਜ਼ਰਾ ਸੋਚ ਕੇ ਵੇਖੀਏ ਕਿਸ ਤਰੀਕੇ ਦੀ ਗੁੜਤੀ ਮਿਲੀ ਉਹਨਾਂ ਨੂੰ, ਕਿਸ ਤਰੀਕੇ ਅਣਖ ਦੇ ਨਾਲ ਉਹ ਜਿਉਂਦੇ ਰਹੇ, ਕਿ ਉਹਨਾਂ ਨੇ ਭੁੱਖ ਤੱਕ ਸਹਾਰ ਲਈ ਮਹੀਨਿਆਂ ਬੱਧੀ, ਪੌਣਾ ਸਾਲ ਆਖਰ ਅੰਦਰ ਰਹੇ ਨੇ, ਤੇ ਉਹ ਬਾਹਰ ਕੁਸਕੇ ਵੀ ਨਹੀਂ। ਉਹਨਾਂ ਦੇ ਉਸ ਸਮੇਂ ਦੇ ਅੱਖੀ ਵੇਖੇ ਗਵਾਹ ਜੋ ਇਹ ਲਿਖਦੇ ਨੇ ਕਿ ਜਦੋਂ ਉਹ ਨਿਕਲੇ ਵੀ ਸਨ ਚੜ੍ਹਦੀ ਕਲਾ ਵਿੱਚ, ਚਿਹਰਿਆਂ ਤੇ ਨੂਰ ਸੀ। ਜ਼ਰਾ ਆਪਾਂ ਅੰਦਾਜ਼ਾ ਲਾਈਏ ਕਿ ਕਿਸ ਤਰੀਕੇ ਦੀ ਗੁਰੂ ਸਾਹਿਬ ਦੀ ਸਰਪ੍ਰਸਤੀ ਸੀ, ਕਿਵੇਂ ਉਹਨਾਂ ਦੀ ਮਾਂ ਨੇ ਤੇ ਦਾਦੀ ਨੇ ਕਿੰਨੀ ਕੁ ਹਿੰਮਤ ਦਿੱਤੀ ਹੋਣੀ ਹੈ, ਸ਼ਾਬਾਸ਼ੀ ਦਿੱਤੀ ਹੋਣੀ ਹੈ। ਹੁਣ ਉਦੋਂ ਲੋਕ ਤਾਂ ਥੱਕ ਗਏ ਸਨ, ਟੁੱਟ ਗਏ ਸਨ, ਕਿ ਚਲੋ ਹੁਣ ਘਰਾਂ ਨੂੰ ਚੱਲੀਏ, ਚਿਰ ਹੋ ਗਿਆ। ਤੇ ਜ਼ੋਰ ਪਾਇਆ ਗਿਆ ਗੁਰੂ ਸਾਹਿਬ ਤੇ ਵੀ ਨਹੀਂ ਜੀ, ਹੁਣ ਆਪਾਂ ਛੱਡ ਹੀ ਦਿੰਨੇ ਆ ਕਿਲਾ। ਤਾਂ ਗੁਰੂ ਸਾਹਿਬ ਨੇ ਬੜੀ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ, ਧੋਖਾ ਹੈ, ਪਰ ਲੋਕ ਮੰਨ ਨਾ ਰਹੇ ਸੀ। ਤਾਂ ਇਸ ਕਰਕੇ ਉਹਨਾਂ ਨੇ ਫਿਰ ਇੱਕ ਜੁਗਤ ਲੱਭੀ। ਦੇਖੋ ਕਮਾਲ ਦੀ ਜੁਗਤ, ਜਿਸ ਨਾਲ ਮੁਗਲਾਂ ਨੂੰ ਵੀ ਇੱਕ ਚਪੇੜ ਪਈ। ਜੁਗਤ ਇਹ ਸੀ ਕਿ ਉਹਨਾਂ ਨੇ ਫਿਰ ਇਹ ਕਿਹਾ, ਚੰਗਾ ਠੀਕ ਹੈ, ਮੈਂ ਤੁਹਾਡੀ ਗੱਲ ਮੰਨਦਾ,
ਆਪਾਂ ਫਿਰ ਸਮਾਨ ਪਹਿਲਾਂ ਤਾਂ ਬਾਹਰ ਭੇਜ ਕੇ ਦੇਖਦੇ ਹਾਂ, ਜੇ ਨਹੀਂ ਲੁੱਟਣਗੇ ਫਿਰ ਆਪਾਂ ਮੰਨ ਲਵਾਂਗੇ ਉਹ ਸੱਚ ਕਹਿ ਰਹੇ ਨੇ। ਸੋ ਉਹਨਾਂ ਨੇ ਕੀ ਕਿਹਾ ਕਿ ਮੁਗਲਾਂ ਨੂੰ ਸੁਨੇਹਾ ਭੇਜਿਆ, ਭਾਈ ਖੱਚਰਾਂ ਦਿਓ ਕੁਝ, ਅਸੀਂ ਮਾਲ ਅਸਬਾਬ ਢੋਣਾ। ਮੁਗਲਾਂ ਨੇ ਖੁਸ਼ ਹੋ ਗਏ ਵੀ ਲੈ ਜੀ ਆ ਗਏ, ਸਾਡੀ ਤਾਂ ਚਾਲ ਚ ਫਸ ਗਏ, ਹੁਣ ਮਾਲ ਅਸਬਾਬ ਪਹਿਲਾਂ ਲੁੱਟਾਂਗੇ। ਉਹਨਾਂ ਨੇ ਢੇਰ ਸਾਰੀਆਂ ਖੱਚਰਾਂ ਭੇਜ ਦਿੱਤੀਆਂ। ਗੁਰੂ ਸਾਹਿਬ ਦੀ ਦੂਰਅੰਦੇਸ਼ੀ ਦੇਖੋ, ਪਤਾ ਜੇ ਕੀ ਉਸਦੇ ਉੱਤੇ ਧਰਿਆ? ਟੁੱਟੀਆਂ ਹੋਈਆਂ ਜੁੱਤੀਆਂ, ਕੂੜਾ ਕਰਕਟ ਸਾਰੇ ਦਾ ਸਾਰਾ ਪੰਡਾਂ 'ਚ ਬੰਨ ਕੇ ਉਹ ਖੱਚਰਾਂ ਤੇ ਲੱਦ ਕੇ ਅੱਧ ਰਾਤ ਨੂੰ ਸਿਰਾਂ ਤੇ ਉਹਨਾਂ ਦੇ ਮਸ਼ਾਲਾਂ ਬੰਨ ਦਿੱਤੀਆਂ ਤੇ ਕੱਢ ਦਿੱਤੇ ਅੰਦਰੋਂ ਕਿਲੇ ਚੋਂ ਵੀ ਲਓ ਜੀ ਜਾਓ, ਤੇ ਨਾਲੇ ਖੜਕਾ ਦਿੱਤਾ ਐਲਾਨ ਵੀ ਆ ਲਓ ਜੀ ਅਸੀਂ ਜਾ ਰਹੇ ਹਾਂ। ਤੇ ਉਹਨਾਂ ਦੇ ਪਿੱਛੇ ਕੁਝ ਸਿੰਘ ਥੋੜੀ ਵਕਫੇ ਤੇ ਲੁਕਾ ਕੇ ਜਿਵੇਂ ਪਿੱਛੇ ਲੁਕ ਕੇ ਚੱਲ ਰਹੇ ਸਨ ਵੀ ਦੇਖਣ ਨੂੰ ਕੀ ਹੁੰਦਾ ਕੀ ਹੋ ਰਿਹਾ। ਹੁਣ ਦੇਖੋ ਪਤਾ ਤਾਂ ਸੀ ਹੀ ਕੀ ਹੋਣਾ। ਤੇ ਉੱਥੇ ਜਦੋਂ ਹੀ ਉਹ ਲੁੱਟਾਂ ਖੋਹਾਂ ਕਰਨ ਵਾਲਿਆਂ ਨੇ ਦੇਖਿਆ ਲਓ ਜੀ ਮਾਲ ਅਸਬਾਬ ਆ ਰਿਹਾ, ਉਹ ਤਾਂ ਟੁੱਟ ਕੇ ਪੈ ਗਏ। ਯਾਨੀ ਸਮਝ ਆ ਗਈ ਸਿੰਘਾਂ ਨੂੰ ਕਿ ਕਿੰਨਾ ਤਗੜਾ ਧੋਖਾ ਹੈ। ਪਰ ਜਿਸ ਤਰੀਕੇ ਉਹ ਸਾਰੇ ਲੁੱਟ ਕੇ ਸਮਾਨ ਜਦੋਂ ਵਾਪਸ ਲੁੱਟਾਂ ਖੋਹਾਂ ਇੱਕ ਦੂਜੇ ਦੀਆਂ, ਉਹਨਾਂ ਨੇ ਕੱਪੜੇ ਪਾੜੇ ਕਿ ਸਮਾਨ ਅੰਦਰੋਂ ਆਇਆ, ਜ਼ਰਾ ਅੰਦਾਜ਼ਾ ਲਾਓ, ਪਤਾ ਨਹੀਂ ਕਿੰਨਾ ਖਜ਼ਾਨਾ ਆ ਗਿਆ। ਟੁੱਟੀਆਂ ਜੁੱਤੀਆਂ। ਇਹ ਯਾਨੀ ਕਿੰਨੀ ਕਮਾਲ ਦੀ ਦੂਰਅੰਦੇਸ਼ੀ ਸੀ ਕਿ ਉਹਨਾਂ ਨੂੰ ਬਾਹਰ ਬੈਠਿਆਂ ਦੇ ਵੀ ਮੂੰਹ ਤੇ ਜੁੱਤੀਆਂ ਪੈ ਗਈਆਂ। ਜਿਸ ਚੀਜ਼ ਦੇ ਕਾਬਲ ਸੀ ਉਹ ਉਹਨਾਂ ਨੂੰ ਮਿਲ ਗਿਆ। ਕਿੰਨੇ ਸੋਹਣੇ ਤਰੀਕੇ ਗੁਰੂ ਸਾਹਿਬ ਨੇ ਭਿਜਵਾਈਆਂ ਵੀ ਆਇਆ ਸਜੋਗੇ ਹੀ, ਉਹ ਖਾਓ ਕੂੜਾ ਕਰਕੇ ਖਾਓ। ਹਾਂਜੀ। ਸੋ ਭੈਣ ਜੀ ਇਹ ਦੁਨੀਆ 'ਚ ਮੇਰਾ ਖਿਆਲ ਹੈ ਮਿਸਾਲ ਨਹੀਂ ਮਿਲਣੀ ਕਿ 7 ਮਹੀਨੇ ਇਸ ਤਰੀਕੇ ਕੱਢੇ ਗਏ ਹੋਣ ਤੇ ਇੱਕ ਵੀ ਸਿੰਘ ਜਿਉਂਦਾ ਕਾਬੂ ਨਾ ਆਇਆ ਹੋਵੇ, ਤੇ ਇੱਕ ਵੀ ਸਿੰਘ ਦਾ ਹੌਸਲਾ ਨਾ ਤੋੜ ਸਕੇ ਹੋਣ, ਤੇ ਇੱਕ ਵੀ ਸਿੰਘ ਅਜਿਹਾ ਨਹੀਂ ਸੀ ਜਿਹੜਾ ਗੁਰੂ ਸਾਹਿਬ ਦਾ ਲੜ ਛੱਡਣ ਨੂੰ ਉਸ ਵੇਲੇ ਤਿਆਰ ਹੋਵੇ। ਤੁਸੀਂ ਵੇਖੋ ਕਿੰਨੇ ਬੁਲੰਦ ਹੌਸਲੇ ਸੀ। ਫਿਰ ਉਦੋਂ ਦਰਅਸਲ ਗੱਲ ਇਹ ਹੋਈ ਕਿ ਔਰੰਗਜ਼ੇਬ ਨੇ ਫਿਰ ਦੁਬਾਰਾ ਕੁਰਾਨ ਦੀ ਸਹੁੰ ਖਾ ਕੇ ਕਿਹਾ ਵੀ ਇਸ ਵਾਰ ਮੈਂ ਪੱਕਾ ਜੀ ਤੁਹਾਨੂੰ ਅਗਲੀ ਵਾਰ ਤਾਂ ਦੇਖ ਲਿਆ, ਤੇ ਅਸੀਂ ਸਿਰਫ ਇੰਨੀ ਕੁ ਇੱਜ਼ਤ ਸਾਡੀ ਰਹਿ ਜਾਏ ਕਿ ਤੁਸੀਂ ਲੰਘ ਜਾਓ, ਅਸੀਂ ਕਹਿ ਲਵਾਂਗੇ ਵੀ ਚਲੋ ਜੀ ਅਸੀਂ ਘੇਰਾ ਪਾਇਆ ਤੇ ਫਿਰ ਨਹੀਂ ਗਏ, ਅਸੀਂ ਆਨੰਦਪੁਰ ਸਾਹਿਬ ਤੇ ਵੀ ਨਹੀਂ ਲੈਂਦੇ, ਤੁਸੀਂ ਬਸ ਨਿਕਲ ਜਾਓ, ਘੱਟੋ ਘੱਟ ਅਸੀਂ ਫੌਜਾਂ ਪਿਛਾਂ ਕਰ ਸਕੀਏ। ਸੋ ਇਸ ਤਰ੍ਹਾਂ ਉਹਨਾਂ ਨੇ ਯਾਨੀ ਪੂਰਾ ਇੱਕ ਜ਼ੋਰ ਕਹਿ ਲਓ, ਆਖਰੀ ਹੱਲਾ ਜੋ ਉਹਨਾਂ ਨੇ ਕਿਹਾ ਵੀ ਅਸੀਂ ਤੁਸੀਂ ਨਿਕਲੋ, ਸਾਡਾ ਕੁਝ ਤਾਂ ਵਕਾਰ ਰਹਿ ਜੇ, ਇਤਿਹਾਸ ਤਾਂ ਸਾਨੂੰ ਗਾਲਾਂ ਹੀ ਕੱਢੇਗਾ ਇੰਝ। ਪਰ ਵੇਖੋ ਜੋ ਇਤਿਹਾਸਕਾਰ ਉਸ ਸਮੇਂ ਵੀ ਲਿਖਦੇ ਨੇ ਕਿ ਇੱਕ ਵੀ ਸਿੰਘ ਇਹ ਨਹੀਂ ਸੀ ਤਿਆਰ ਕਿ ਅਸੀਂ ਜੀ ਭੁੱਖੇ ਮਰਨ ਨਾਲੋਂ 2-2 ਹੱਥ ਵਿਖਾ ਕੇ ਸ਼ਹੀਦ ਹੋ ਕੇ ਜਾਣਾ ਚਾਹੁੰਦੇ ਹਾਂ, ਅਸੀਂ ਪਿੱਠ ਵਿਖਾ ਕੇ ਨਹੀਂ ਜਾਣਾ। ਕਮਾਲ। ਤੇ ਉਦੋਂ ਦੇਖੋ ਪਹਿਲੀ ਵਾਰ ਸੀ ਕਿ ਫਿਰ ਉਦੋਂ ਗੁਰੂ ਸਾਹਿਬ ਨੇ ਫੈਸਲਾ ਲਿਆ, ਜਦੋਂ 5 ਸਿੰਘਾਂ ਨੇ ਨਾਲ ਕਿਹਾ, 5 ਪਿਆਰਿਆਂ ਨੇ ਕਿ ਹੁਣ ਨਿਕਲ ਜਾਣਾ ਚਾਹੀਦਾ ਹੈ। ਤੇ ਉਸ ਸਮੇਂ ਗੁਰੂ ਸਾਹਿਬ ਨੇ ਜੋ ਗੱਲ ਕੀਤੀ, ਦੇਖੋ ਸਿੰਘਾਂ ਦੇ ਵਿੱਚ ਵੀ ਗੱਲ ਕਰਨੀ ਤੇ ਆਪਣੇ ਅੱਜ ਲਈ ਵੀ ਜੋ ਬੜੀ ਮਾਇਨੇ ਰੱਖਦੀ ਹੈ। ਗੁਰੂ ਤੇਗ ਬਹਾਦਰ ਜੀ ਜੋ ਹਿੰਦ ਦੀ ਚਾਦਰ ਰਖਵਾਏ ਗਏ, ਦੇਖੋ ਕਿਹਨਾਂ ਲਈ ਜਾਨਵਾਰੀ ਸੀ। ਉਹਨਾਂ ਨੇ ਜਾਨ ਵਾਰਨ ਤੋਂ ਪਹਿਲਾਂ ਉਹਨਾਂ ਨੂੰ ਕਿਹਾ ਸੀ ਇਸਲਾਮ ਕਬੂਲ ਕਰ ਲਓ, ਇਹਨਾਂ ਨੂੰ ਹਿੰਦੂ ਧਰਮ ਵਾਲਿਆਂ ਨੂੰ ਛੱਡ ਦਿਓ, ਇਹਨਾਂ ਦਾ ਸਾਥ ਛੱਡ ਦਿਓ। ਉਦੋਂ ਵੀ ਉਹਨਾਂ ਨੇ ਕਿਹਾ ਕਿ ਹਿੰਦੂ ਧਰਮ ਦਾ, ਇਸ ਕੌਮ ਦਾ ਮੈਂ ਸਾਥ ਨਹੀਂ ਛੱਡਣਾ, ਇਹਨਾਂ ਦੇ ਧਰਮ ਦੀ ਰਾਖੀ ਲਈ, ਇਹਨਾਂ ਦੇ ਮਨੁੱਖੀ ਅਧਿਕਾਰਾਂ ਲਈ ਮੈਂ ਜਾਨ ਤੱਕ ਵਾਰ ਸਕਦਾ। ਤੇ ਉਹੀ ਪਹਾੜੀ ਰਾਜੇ, ਜਿਹੜੇ ਹਿੰਦੂ ਪਹਾੜੀ ਰਾਜੇ ਸਾਰੇ ਦੇ ਸਾਰੇ, ਉਹਨਾਂ ਦੇ ਪੁੱਤਰ ਨੂੰ ਅੱਜ ਮਾਰਨ ਲਈ ਕਿਸ ਤਰੀਕੇ ਉਦੋਂ ਯਾਨੀ ਟੁੱਟ ਕੇ ਪਏ ਹੋਏ ਸਨ। ਇਹ ਕੁਰਬਾਨੀ ਕੀਤੀ, ਕਿਸੇ ਦੇ ਮਨ ਵਿੱਚ ਰੱਤਾ ਜਿੰਨੀ ਵੀ ਉਹਨਾਂ ਨੂੰ ਸ਼ਰਮ ਨਾ ਆਈ ਕਿ ਅਸੀਂ ਕੀ ਕਰ ਰਹੇ ਹਾਂ, ਤੇ ਅਸੀਂ ਅੱਜ ਹੋਣਾ ਹੀ ਨਹੀਂ ਸੀ, ਸਾਡੀ ਹੋਂਦ ਹੀ ਨਹੀਂ ਸੀ ਹੋਣੀ, ਨਿਰੇ ਇਸਲਾਮ ਹੀ ਹੋਣਾ ਸੀ ਚੁਫੇਰੇ। ਜੇ ਅੱਜ ਹਾਂ ਤਾਂ ਸਿਰਫ ਜਿਸ ਬਾਲ ਦੇ ਅਸੀਂ ਆਲੇ ਦੁਆਲੇ ਜਿਸ ਗੁਰੂ ਦੇ ਖੜੇ ਹਾਂ, ਇਹਦੇ ਪਿਤਾ ਸਦਕਾ ਇੱਕ ਦੇ ਵੀ ਮਨ ਵਿੱਚ ਨਹੀਂ ਆਇਆ। ਤੇ ਇਹੀ ਸੋਚ ਅੱਜ ਵੀ ਬਰਕਰਾਰ ਹੈ। ਜਦੋਂ ਸੁਣਦੇ ਹਾਂ ਕਿ ਅਲੱਗ-ਅਲੱਗ ਹਿੱਸਿਆਂ ਵਿੱਚ ਭਾਰਤ ਦੇ ਵਿੱਚ ਵੀ ਅਸੀਂ ਕਹਿ ਦਿੰਦੇ ਹਾਂ ਕਿ ਕੁਝ ਹੁੜਦੰਗ ਮਚਾਉਂਦੇ ਹਿੰਦੂ ਧਰਮ ਨੂੰ ਮੰਨਦੇ, ਕਾਹਦਾ ਧਰਮ ਮੰਨਦੇ, ਕਿਉਂਕਿ ਧਰਮ ਤਾਂ ਕੋਈ ਸਿਖਾਉਂਦਾ ਹੀ ਨਹੀਂ ਵੈਰ ਪਾਉਣਾ, ਪਰ ਉਸ ਧਰਮ ਦੀ ਆੜ ਹੇਠ ਅੱਜ ਵੀ ਉਹ ਇਸੇ ਤਰ੍ਹਾਂ ਭੜਕਾਏ ਜਾਂਦੇ ਨੇ। ਤੇ ਇੱਕ ਇੱਕ ਸਿੰਘ ਨੂੰ ਜਦੋਂ ਫੜ ਲੈਂਦੇ ਨੇ ਇਕੱਲੇ ਨੂੰ, ਕਿਸ ਤਰੀਕੇ ਉਹਦੇ ਨਾਲ
ਬਦਸਲੂਕੀ ਕੀਤੀ ਜਾਂਦੀ ਹੈ। ਪਤਾ ਨਹੀਂ ਕਿਉਂ ਅਸੀਂ ਤੇ ਕਿਸ ਸਦੀ ਵਿੱਚ ਸਮਝਾਂਗੇ ਕਿ ਸਿਰਫ ਭੜਕਾਇਆ ਜਾਂਦਾ ਹੈ ਸਾਨੂੰ। ਜਿਨ੍ਹਾਂ ਨੇ ਕੁਰਸੀਆਂ ਸਾਂਭਣੀਆਂ ਉਹਨਾਂ ਨੇ ਸਿਰਫ ਆਪਣੀ ਕੁਰਸੀ ਤੱਕ ਸੀਮਤ ਰਹਿਣਾ ਹੁੰਦਾ ਤੇ ਲੋਕਾਂ ਨੂੰ, ਆਮ ਲੋਕਾਂ ਨੂੰ ਭੜਕਾ ਦਿੰਦੇ। ਸੋ ਉਹਨਾਂ ਨੇ ਅਖੀਰ ਗੁਰੂ ਸਾਹਿਬ ਨੇ ਫੈਸਲਾ ਲਿਆ ਕਿ ਇੱਥੋਂ ਨਿਕਲਦੇ ਆ। ਭੈਣ ਜੀ, ਮੈਂ ਨਾ ਜਾਣ ਬੁੱਝ ਕੇ ਇਹ ਨਾਮ, ਕਿਉਂਕਿ ਇਤਿਹਾਸ ਵਿੱਚ ਵੀ ਦਰਜ ਹੈ ਇਹਨਾਂ ਦਾ, ਇਹ ਉੱਚ ਜਾਤੀਆਂ ਵੱਲੋਂ ਜਿਨ੍ਹਾਂ ਨੂੰ ਨੀਵੀਂ ਜਾਤ ਕਹਿ ਕੇ ਯਾਨੀ ਇਹਨਾਂ ਨੂੰ ਪਰਾਂ ਸੁੱਟ ਦਿੱਤਾ ਗਿਆ ਸੀ। ਦੇਖੋ, ਉਸ ਸਮੇਂ ਜਿਹੜੇ ਫੌਜੀਆਂ ਦਾ ਸਾਹਮਣਾ ਕਰ ਰਹੇ ਸਨ ਉਹਨਾਂ ਵਿੱਚ ਕੰਗਾਲ ਸੀ, ਸਾਰੇ ਨਾਈ ਸਨ, ਛੀਂਬੇ ਸਨ, ਚੋਰ ਸਨ, ਜੱਟ ਸਨ, ਯਾਨੀ ਜਿਨ੍ਹਾਂ ਨੇ ਫੌਜੀ ਸਿਖਲਾਈ ਨਹੀਂ ਸੀ ਲਈ ਹੋਈ, ਉਹ ਸਾਰੇ ਦੇ ਸਾਰੇ ਸਿਰਫ ਗੁਰੂ ਦੇ ਲੜ ਲੱਗੇ ਹੋਣ ਕਾਰਨ ਕਿ ਅਸੀਂ ਗੁਰੂ ਲਈ ਜਾਨ ਵਾਰ ਦੇਣੀ ਹੈ, ਸਾਡਾ ਗੁਰੂ ਹੈ। ਸੋ ਉਹ ਇੰਨਾ ਜਿਹੜਾ ਯਾਨੀ ਡੂੰਘੇ ਤਰੀਕੇ ਨਾਲ ਲੜਦੇ ਰਹੇ, ਉਹਦੇ ਵਿੱਚ ਹੁਣ ਦੁਨੀਆ ਭਰ ਵਿੱਚ ਕਿਤੇ ਅਜਿਹੀ ਮਿਸਾਲ ਨਹੀਂ ਮਿਲਦੀ। ਤੇ ਚਾਨਣ ਮੁਨਾਰੇ ਵਾਂਗੂ ਰਾਤ ਰਹੇਗੀ ਜਿਸ ਰਾਤ ਗੁਰੂ ਸਾਹਿਬ ਨੇ ਛੱਡਿਆ। ਕਿਉਂਕਿ ਵੇਖੋ, ਉਹਨਾਂ ਨਾਲ ਸਿਰਫ ਲਗਭਗ ਜੋ ਲਿਖਦੇ ਨੇ ਉਦੋਂ ਕਿ 1,500 ਸਿਰਫ ਸਿੰਘ ਸੀ, ਨਾਲ ਆਪਣੇ ਪੁੱਤਰ, ਨਾਲ ਆਪਣੀ ਮਾਤਾ, ਨਾਲ ਪਤਨੀ ਨੂੰ ਲੈ ਕੇ, ਤੇ ਕਿਸ ਦੇ ਭਰੋਸੇ ਨਿਕਲੇ ਸਨ ਕਿ ਮੈਂ ਸਾਹਮਣਾ ਕਰਾਂਗਾ ਇਹ 10 ਲੱਖ ਫੌਜੀਆਂ ਦਾ। ਯਾਨੀ ਆਪਣੀਆਂ ਬਾਹਾਂ ਤੇ ਉਹਨਾਂ ਨੂੰ ਪੂਰਾ ਯਕੀਨ ਸੀ, ਆਪਣੇ ਯਾਨੀ ਵਾਹਿਗੁਰੂ ਤੇ ਕਿੰਨਾ ਤਗੜਾ ਇਤਬਾਰ ਹੋਣਾ ਕਿ ਮੈਂ ਇਹ ਕਰ ਸਕਦਾ, ਮੈਂ ਆਪਣੀ ਤਲਵਾਰ ਤੇ ਨੇਜ਼ੇ ਨਾਲ ਇਹਨਾਂ ਦੁਸ਼ਮਣਾਂ ਦਾ ਟਾਕਰਾ ਵੀ ਕਰਾਂਗਾ ਤੇ ਆਪਣੇ ਇਹ ਜਿਹੜੇ ਗਿਣਤੀ ਦੇ ਚੁਣੇ ਸਿੰਘ ਲੈ ਕੇ ਬਾਹਰ ਵੀ ਨਿਕਲ ਜਾਵਾਂਗਾ। ਤੇ ਫਿਰ ਨਿਕਲੇ। ਕਮਾਲ ਵੇਖੋ ਕਿ ਉੱਥੇ ਇਤਿਹਾਸ ਸਿਰਜਿਆ ਉਹਨਾਂ ਨੇ ਇਸ ਤਰੀਕੇ ਨਿਕਲ ਕੇ ਕਿ ਮੈਂ ਆਪਣੇ ਬਾਹੂਬਲ ਤੇ ਭਰੋਸਾ ਟਿਕਾ ਕੇ ਮੇਰੇ ਜਿਹੜੇ ਨਾਲ ਖੜੇ ਨੇ ਬੰਦੇ ਬਚੇ, ਇਹਨਾਂ ਨੂੰ ਲੈ ਕੇ ਨਿਕਲ ਸਕਦਾ। ਹੋਣਾ ਤਾਂ ਉਹੀ ਸੀ ਜੋ ਹੋਇਆ, ਸਭ ਨੂੰ ਪਤਾ ਹੀ ਹੈ ਕਿ ਉਦੋਂ ਵੀ ਅਜਮੇਰ ਚੰਦ ਤੇ ਵਜ਼ੀਰ ਖਾਨ ਨੇ ਦਗਾ ਕੀਤਾ। ਲਹੂ ਧਿਆਈਆਂ ਫੌਜਾਂ ਸੀ ਜਿਹੜੀਆਂ ਇੰਨੇ ਸਮੇਂ ਤੋਂ ਬੈਠੀਆਂ ਆਪਣਾ ਬਦਲਾ ਲਾਉਣ ਲਈ ਟੁੱਟ ਕੇ ਪੈ ਗਈਆਂ। ਰਾਹ ਸਿਰਫ 2 ਹੀ ਸਨ, ਅੱਧਿਆਂ ਨੂੰ ਖੜਾਇਆ ਉੱਥੇ ਕਿ ਇਹਨਾਂ ਦਾ ਸਾਹਮਣਾ ਕਰੋ। ਦੂਜੇ ਪਾਸੇ ਤੂਫਾਨ ਸੀ ਸਰਸਾ ਨਦੀ ਦੇ ਵਿੱਚ, ਬਰਫੀਲੀ ਠੰਡੀ ਉਸ ਸਮੇਂ ਉਹ ਨਦੀ ਸੀ ਤੇ ਉਫਾਨ ਵਿੱਚ ਸੀ। ਸੋ ਨਿਕਲੇ ਸਾਰੇ। ਪਰ ਜਿਵੇਂ ਵੀ ਯਾਨੀ ਉਦੋਂ ਮਾਤਾ ਗੁਜਰੀ ਜੀ, ਬਾਬਾ ਫਤਿਹ ਜੀ, ਜ਼ੋਰਾਵਰ ਜੀ ਜਿਸ ਤਰੀਕੇ ਉਹ ਗੰਗਾ ਰਾਮ ਦੇ ਨਾਲ ਤੁਰੇ, ਜੋ ਰਸੋਈਆ ਸੀ ਉਸ ਤੇ ਕਿਵੇਂ ਯਕੀਨ ਕਰਕੇ ਉਹਨਾਂ ਨੂੰ ਤੋਰਿਆ, ਤੇ ਉਹ ਸਭ ਜਾਣਦੇ ਨੇ। ਉਹ ਇਤਿਹਾਸ ਆਪਾਂ ਜ਼ਰੂਰ ਫਿਰ ਕਿਸੇ ਸਮੇਂ ਉਹਦੇ ਬਾਰੇ ਗੱਲ ਕਰਾਂਗੇ। ਪਰ ਗੱਲ ਇਹ ਹੈ ਕਿ ਭੈਣ ਜੀ, ਸਾਰੇ ਦਾ ਅੱਜ ਇੱਕ ਮਕਸਦ ਸੀ ਕਿ ਹੁਣੇ ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਸਮਾਉਣ ਦਾ ਸਮਾਂ ਲੰਘਿਆ ਸੀ। ਤਾਂ ਮੈਂ ਇਹ ਕੁਰਬਾਨੀ ਦਾ ਜ਼ਿਕਰ ਕਰਨ ਦੇ ਨਾਲ ਇੱਕ ਸਵਾਲ ਅੱਜ ਪੁੱਛ ਕੇ ਜਾਣਾ ਚਾਹੁੰਦੀ ਹਾਂ ਕਿ ਅਸੀਂ ਕੀ ਅੱਜ ਜਿਸ ਤਰੀਕੇ ਗੁਰੂ ਸਾਹਿਬ ਨੇ ਸਾਨੂੰ ਪੁੱਤਰ ਹੋਣ ਦਾ ਦਰਜਾ ਦਿੱਤਾ ਸੀ, ਕਿ ਅਸੀਂ ਕਿਸੇ ਪਾਸਿਓਂ ਉਸ ਤੇ ਸਾਬਤ ਹੋ ਸਕੇ ਹਾਂ? ਕਿ ਅੱਜ ਅਸੀਂ ਇਸ ਇਤਿਹਾਸ ਨੂੰ ਯਾਦ ਰੱਖਿਆ? ਸਾਡੇ ਸਿਰਾਂ ਤੇ ਕਰਜ਼ਿਆਂ ਦੀ ਪੰਡ ਜੇ, ਪਰ ਅਸੀਂ ਇਸ ਇਤਿਹਾਸ ਨੂੰ ਅਣਗੌਲਿਆਂ ਕਰ ਛੱਡਿਆ। ਕਿਉਂ? ਆਖਰ ਕਿਉਂ ਅਸੀਂ ਇਹ ਕੁਰਬਾਨੀ ਕਿਤੇ ਪਿਛਾਂ ਰੱਖ ਛੱਡੀ, ਜਿੱਥੇ ਸਾਡੇ ਬਾਲਾਂ ਨੂੰ ਇਸ ਤਰ੍ਹਾਂ ਦੀ ਚੀਜ਼ ਬਾਰੇ ਪਤਾ ਹੀ ਨਹੀਂ। ਔਰੰਗਜ਼ੇਬ ਪੜ੍ਹਦੇ ਨੇ, ਅਕਬਰ ਪੜ੍ਹਦੇ ਨੇ, ਪਰ ਇਹ ਇਤਿਹਾਸ ਮਨਫੀ ਕਰ ਦਿੱਤਾ ਕਿ ਕਿਸ ਤਰ੍ਹਾਂ ਦੇ ਯੋਧੇ ਸਨ ਜਿਸ ਬਾਰੇ ਅੱਜ ਬ੍ਰਿਟੇਨ ਪੜ੍ਹਦਾ ਪਿਆ ਜੇ ਕਿ ਇਹ ਕਿਵੇਂ ਹੋਇਆ। ਆਖਰ ਕੀ ਚੀਜ਼ ਸੀ ਜਿਹੜੇ ਇਹਨਾਂ ਨੂੰ ਸਿਖਲਾਈ ਕੀਤੇ ਬਗੈਰ ਆਖਰ ਪੌਣਾ ਸਾਲ ਭੈਣ ਜੀ ਭੁੱਖੇ ਰਹਿ ਕੇ ਕਿਵੇਂ ਕੋਈ ਜਾਨ ਵਾਰਨ ਲਈ ਤਿਆਰ ਹੋ ਸਕਦਾ, ਤੇ ਕਿਸ ਤਰੀਕੇ ਉਹ ਰੁੜੇ। ਤੇ ਫਿਰ ਉਸ ਸਮੇਂ ਵਿੱਚ ਵੀ ਪਹਾੜੀ ਰਾਜਿਆਂ ਦੇ ਖਿਲਾਫ ਦੇਖੋ ਲੜੀਆਂ ਕੌਣ ਸੀ? ਸਾਡੀਆਂ ਨਾਬਾਲਗ ਧੀਆਂ ਜਿਹੜੀਆਂ ਘੋੜਿਆਂ ਤੇ ਵੀ ਚੜੀਆਂ, ਨੇਜ਼ੇ ਵੀ ਚਲਾਏ, ਤਲਵਾਰਾਂ ਵੀ ਚਲਾਈਆਂ, ਤੇ ਪਹਾੜੀ ਰਾਜਿਆਂ ਨੂੰ ਚਿੱਤ ਕਰ ਦਿੱਤਾ। ਜਿਹੜਾ ਉਹ ਗੁੱਸਾ ਉਹਨਾਂ ਦੇ ਮਨਾਂ ਵਿੱਚ ਉਹ ਵੀ ਸੀ ਕਿ ਸਾਸੀ ਤਾਂ ਇਹਨਾਂ ਦੀਆਂ ਨਾਬਾਲਗ ਧੀਆਂ ਅੱਗੇ ਵੀ ਅਸੀਂ ਹਾਰ ਮੰਨ ਚੁੱਕੇ ਹਾਂ, ਤੇ ਅੱਜ ਤਾਂ ਅਸੀਂ ਪੂਰਾ ਜ਼ੋਰ ਲਾਵਾਂਗੇ। ਫੇਰ ਵੀ ਕੱਖ ਨਾ ਉਹਨਾਂ ਦਾ ਰਿਹਾ। ਸੋ ਇਸ ਤਰੀਕੇ ਦੀ ਸੋਚ ਸਾਡੇ ਅੰਦਰੋਂ ਮਨਫੀ ਕਿਉਂ ਹੋ ਗਈ? ਕਿਉਂ ਸਾਡੇ ਬੱਚਿਆਂ ਦੇ ਨਾਲ ਸਿੰਘ ਲਾਉਣਾ ਅਸੀਂ ਹਟਾ ਚੁੱਕੇ ਹਾਂ? ਸਾਡੀ ਪਛਾਣ ਸੀ ਕਿ ਇਹ ਸ਼ੇਰ ਨੇ, 1.25 ਲੱਖ ਨਾਲ ਇੱਕ ਲੜ ਜਾਣ ਵਾਲੇ, ਇਹ ਖਾਲਸੇ ਨੇ, ਇਹਨਾਂ ਦੀ ਪਛਾਣ ਵਾਖੇ। ਅਫਸੋਸ ਅਸੀਂ ਨਾ ਤਾਂ ਉਹ ਪਛਾਣ ਰੱਖੀ ਜੋ ਗੁਰੂ ਸਾਹਿਬ ਨੇ ਸਾਨੂੰ ਦਸਤਾਰ ਨਾਲ ਦਿੱਤੀ ਸੀ, ਨਾ ਅਸੀਂ ਉਹ ਜ਼ਬਾਨ ਸਾਂਭੀ,
ਜਿਹੜੇ ਸਾਡਾ ਪਿਛਲਾ ਇਤਿਹਾਸ ਸਾਨੂੰ ਸਿੱਧੇ ਨਾਲ ਸਾਡੇ ਸਾਂਝ ਗੰਢੀ ਜਾਣੀ ਸੀ, ਜਿਸ ਨਾਲ ਸਾਡਾ ਸੱਭਿਆਚਾਰ ਜੁੜਿਆ ਸੀ। ਤੇ ਫਿਰ ਅੱਜ ਤਾਂ ਹੁਣ ਸੱਚਮੁੱਚ ਹੱਦ ਹੀ ਹੋ ਗਈ ਹੈ ਕਿ ਅਸੀਂ ਇੱਕ ਆਖਰੀ ਜੋ ਸ਼ਬਦ ਸਿੰਘ ਉਹ ਵੀ ਲਾ ਦਿੰਨੇ ਆ ਤੇ ਸਿਰਫ ਜਾਤ ਪਾਤ ਤੱਕ ਸੀਮਤ ਹੋ ਗਏ। ਫਿਰ ਆਖਰ ਕਿਉਂ ਅਸੀਂ ਇੰਨੀ ਦੂਰੀ ਬਣਾ ਲਈ ਆਪਣੇ ਹੀ ਗੁਰੂ ਤੋਂ? ਸਵਾਲ ਹੈ ਆਪਣੇ ਅੰਦਰ ਝਾਤ ਮਾਰਨ ਦਾ ਕਿ ਆਖਰ ਕਿਸ ਨੇ ਸਾਨੂੰ ਜਗਾਉਣਾ ਹੈ? ਕਿ ਫਰਾਂਸੀਸੀ ਆਉਣਗੇ ਜਾਂ ਜਰਮਨ ਆਉਣਗੇ? ਉਹ ਦੱਸਣਗੇ ਕਿ ਭਾਈ ਤੁਸੀਂ ਅਣਖੀਲੇ ਯੋਧੇ ਸੀ, ਤੁਸੀਂ ਤੁਹਾਡੇ ਅੱਗੇ ਤਾਂ ਤਖਤ ਤਾਜ ਝੁੱਕ ਕੇ ਸਲਾਮ ਕਰਦੇ ਸਨ, ਤੁਸੀਂ ਇਤਿਹਾਸ ਸਿਰਜਣ ਵਾਲੇ ਹੋ। ਅੱਜ ਕਿੱਧਰ ਗਏ ਤੁਹਾਡੇ ਉਹ ਅੰਦਰਲਾ ਦਰਦ, ਉਹ ਯੋਧਿਆਂ ਵਾਲਾ ਜੋ ਤੁਸੀਂ ਗੁਰੂ ਸਾਹਿਬ ਨਾਲ ਇੱਕ ਤਰੀਕੇ ਜੁੜੇ ਸੀ, ਉਹ ਜੋੜ ਕਿਉਂ ਢਿੱਲੇ ਪੈ ਗਏ ਨੇ? ਸੋ ਇਹ ਸੋਚਣ ਦੀ ਗੱਲ ਹੈ ਕਿ ਸਾਡੇ ਵਿੱਚ ਕਿੱਥੇ ਕਮੀ ਰਹਿ ਗਈ ਤੇ ਕਿਉਂ ਨਹੀਂ ਅਸੀਂ ਇਸ ਦੁਬਾਰਾ ਟੁੱਟੀ ਨੂੰ ਗੰਢ ਸਕਦੇ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬਾ, ਤੁਸੀਂ ਇਤਿਹਾਸ ਨਾਲ ਫੇਰ ਅੱਜ ਸਾਨੂੰ ਜਾਣੂ ਕਰਵਾਇਆ ਤੇ ਅਗਲੇ ਹਫਤੇ ਅਸੀਂ ਫੇਰ ਇਤਿਹਾਸ ਦਾ ਇੱਕ ਨਵਾਂ ਪੰਨਾ ਜ਼ਰੂਰ ਫਰੋਲਾਂਗੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸਤਿ ਸ਼੍ਰੀ ਅਕਾਲ।